परमेश्वर ਦੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਮਸੀਹ ਦੀ। ਅੱਜ ਸਵੇਰ ਦੇ ਸਮੇਂ ਵਿੱਚ ਆਪਾਂ ਪਰਮੇਸ਼ਰ ਦੀ ਹਜ਼ੂਰੀ ਵਿੱਚ ਇਕੱਠੇ ਹੋਏ ਹਾਂ। ਆਓ ਅੱਜ ਦੇ ਦਿਨ ਦੀ ਕਿਰਪਾ ਦੇ ਲਈ ਪ੍ਰਭੂ ਜੀ ਦਾ ਧੰਨਵਾਦ ਕਰਦੇ ਹੋਏ ਪ੍ਰਾਰਥਨਾ ਕਰੀਏ। ਹਾਲੇਲੂਇਆ 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 ਹਾਲੇਲੂਇਆ। ਧੰਨਵਾਦ 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 ਪਿਤਾ ਪਰਮੇਸ਼ਰ, ਸਰਵ ਸ਼ਕਤੀਮਾਨ ਜਿੰਦਾ ਪਰਮੇਸ਼ਰ, ਤੁਹਾਡਾ ਧੰਨਵਾਦ ਕਰਦੇ ਹਾਂ, ਤੁਹਾਡੀ ਤਾਰੀਫ ਕਰਦੇ ਹਾਂ, ਤੁਹਾਡੇ ਨਾਮ ਨੂੰ ਮਹਿਮਾ ਅਤੇ ਵਡਿਆਈ ਦਿੰਦੇ ਹਾਂ ਮੇਰੇ ਪ੍ਰਭੂ ਜੀ। ਤੁਹਾਡੀ ਪਾਵਨ ਹਜ਼ੂਰੀ ਵਿੱਚ ਝੁਕਦੇ ਹਾਂ ਮੇਰੇ ਪਿਤਾ ਪਰਮੇਸ਼ਰ। ਅੱਜ ਦੇ ਸੁੰਦਰ ਦਿਨ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ। ਰਾਤ ਭਰ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਮੇਰੇ ਪ੍ਰਭੂ ਜੀ, ਮਿੱਠੀ ਪਿਆਰੀ ਨੀਂਦ ਦਿੱਤੀ ਮੇਰੇ ਪਿਤਾ ਪਰਮੇਸ਼ਰ। ਪ੍ਰਭੂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ। ਅਸੀਂ ਆਪਣੇ ਦਿਨ ਦੇ ਸਾਰੇ ਭਲਾਂ ਨੂੰ ਤੁਹਾਡੇ ਤਾਕਤਵਰ ਹੱਥਾਂ ਵਿੱਚ ਸੌਂਪ ਦਿੰਦੇ ਹਾਂ। ਅਸੀਂ ਵਿਸ਼ਵਾਸ ਕਰਦੇ ਕਿ ਜਿੱਦਾਂ ਰਾਤ ਦੇ ਵੇਲੇ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ, ਦਿਨ ਦੇ ਵੇਲੇ ਵੀ ਤੁਸੀਂ ਸਾਨੂੰ ਸੰਭਾਲ ਕੇ ਰੱਖੋਗੇ ਪਿਤਾ। ਆਪਣੇ ਸਵਰਗ ਦੂਤਾਂ ਨੂੰ ਸਾਡੇ ਲਈ ਹੁਕਮ ਦਿਓ ਕਿ ਉਹ ਸਾਡੇ ਸਾਰੇ ਰਾਸਤੇ ਵਿੱਚ ਸਾਡੀ ਮਦਦ ਸਹਾਇਤਾ ਕਰਨ। ਹਰ ਇੱਕ ਖਤਰੇ, ਮੁਸੀਬਤ, ਦੁਰਘਟਨਾ, ਪਰੇਸ਼ਾਨੀ ਔਰ ਬਿਮਾਰੀ ਤੋਂ ਸਾਨੂੰ ਬਚਾ ਕੇ ਰੱਖਣ ਪਿਤਾ। ਅਸੀਂ ਅੱਜ ਆਪਣੇ ਦਿਨ ਦੀ ਸ਼ੁਰੂਆਤ ਤੁਹਾਡੇ ਪਵਿੱਤਰ ਵਚਨ ਦੇ ਨਾਲ ਕਰਨ ਜਾ ਰਹੇ ਹਾਂ ਮੇਰੇ ਪ੍ਰਭੂ ਜੀ। ਪਿਤਾ, ਅੱਜ ਦਾ ਦਿੱਤਾ ਹੋਇਆ ਤੁਹਾਡਾ ਇਹ ਖਾਸ ਵਚਨ ਸਾਡੇ ਹਿਰਦਿਆਂ ਦੇ ਅੰਦਰ ਜਮ੍ਹਾਂ ਹੋ ਜਾਵੇ ਔਰ ਸਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਪ੍ਰਭੂ ਜੀ। ਕੋਈ ਵੀ ਸ਼ੈਤਾਨ ਦੀ ਸ਼ਕਤੀ ਇਸ ਸੁੰਦਰ ਸਮੇਂ ਨੂੰ, ਇਸ ਪਾਕ ਵਚਨ ਨੂੰ ਸਾਡੇ ਕੋਲੋਂ ਚੁਰਾ ਨਾ ਪਾਵੇ। ਔਰ ਪ੍ਰਭੂ ਜੀ, ਜੋ ਵੀ ਜਨ ਇਸ ਪਾਕ ਵਚਨ ਨੂੰ ਸੁਣੇ ਉਹ ਤੁਹਾਡੇ ਨਾਮ ਵਿੱਚ ਵਾਧਾ ਔਰ ਤਰੱਕੀ ਕਰਦਾ ਜਾਵੇ। ਅਸੀਂ ਇਹ ਮੰਗਦੇ ਹਾਂ ਸਾਡੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਵਿੱਚ, ਆਮੀਨ। ਅੱਜ ਆਪਾਂ ਪਰਮੇਸ਼ਰ ਦੀ ਮਹਿਮਾ ਦੇ ਲਈ ਪ੍ਰਭੂ ਦੇ ਦੁਆਰਾ ਹੋਏ ਵੱਡੇ ਕੰਮਾਂ ਦੀਆਂ ਗਵਾਹੀਆਂ ਨੂੰ ਜਾਣਾਂਗੇ। ਪਹਿਲੀ ਗਵਾਹੀ ਸਿਸਟਰ ਜਸਵੀਰ ਕੌਰ ਦੀ ਆ, ਜਿਨ੍ਹਾਂ ਨੂੰ ਬਵਾਸੀਰ ਦੀ ਬਿਮਾਰੀ ਸੀ ਅਤੇ ਜ਼ਖਮ ਵੀ ਬਹੁਤ ਹੋਏ ਸਨ ਔਰ ਜਿਨ੍ਹਾਂ ਦੇ ਕਰਕੇ ਉਹਨਾਂ ਨੂੰ ਬਹੁਤ ਜ਼ਿਆਦਾ ਦਰਦ ਰਹਿੰਦਾ ਸੀ। ਉਹਨਾਂ ਤੋਂ ਉੱਠਿਆ ਤੇ ਬੈਠਿਆ ਵੀ ਨਹੀਂ ਸੀ ਜਾਂਦਾ। ਜਿਸ ਦਿਨ ਪੇਟ ਦੇ ਰੋਗੀਆਂ ਦੇ ਲਈ ਖਾਸ ਕਰਕੇ ਦੁਆ ਹੋਈ, ਸਿਸਟਰ ਨੇ ਵਿਸ਼ਵਾਸ ਦੇ ਨਾਲ ਉਸ ਪ੍ਰੇਅਰ ਨੂੰ ਰਿਸੀਵ ਕੀਤਾ ਅਤੇ ਸਿਸਟਰ ਦੱਸਦੇ ਹਨ ਉਸ ਦਿਨ ਤੋਂ ਉਹ ਉਸ ਬਵਾਸੀਰ ਦੇ ਰੋਗ ਤੋਂ ਬਿਲਕੁਲ ਠੀਕ ਹਨ। ਇਸ ਗਵਾਹੀ ਦੇ ਲਈ ਸਿਸਟਰ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ। ਦੂਸਰੀ ਗਵਾਹੀ ਸਿਸਟਰ ਜਸਵਿੰਦਰ ਦੀ ਆ, ਜਿਨ੍ਹਾਂ ਦੇ ਬੇਟੇ ਨੂੰ ਜੌਬ ਨਹੀਂ ਸੀ ਮਿਲ ਰਹੀ। ਸਿਸਟਰ ਨੇ ਵਰਤ ਰੱਖ ਕੇ ਖਾਸ ਤੌਰ 'ਤੇ ਆਪਣੇ ਬੇਟੇ ਦੀ ਜੌਬ ਦੇ ਲਈ ਪ੍ਰਾਰਥਨਾ ਕੀਤੀ ਅਤੇ ਉਹਨਾਂ ਨੂੰ ਜੌਬ ਮਿਲ ਗਈ। ਸਿਸਟਰ ਦੱਸਦੇ ਹਨ ਕਿ ਉਹਨਾਂ ਦੀ ਅਤੇ ਉਹਨਾਂ ਦੀ ਨੂੰਹ ਦੀ ਲੜਾਈ ਹੋ ਗਈ ਸੀ। ਵਰਤ ਦੇ ਸਮੇਂ ਦੇ ਵਿੱਚ ਉਹ ਲੜਾਈ ਵੀ ਬਿਲਕੁਲ ਸੋਲਵ ਹੋ ਗਈ। ਨੈਕਸਟ ਗਵਾਹੀ ਆ, ਸਿਸਟਰ ਦੱਸਦੇ ਆ ਕਿ ਉਹਨਾਂ ਦੀ ਬੇਟੀ ਕੋਲ 2 ਬੇਟੀਆਂ ਸਨ ਅਤੇ ਉਹ ਫਿਰ ਤੋਂ ਪ੍ਰੈਗਨੈਂਟ ਸਨ ਔਰ ਉਹ ਹਰ ਵੇਲੇ ਇਹੀ ਬੋਲਦੇ ਰਹਿੰਦੇ ਸਨ ਕਿ ਮੇਰੇ ਕੋਲ ਇਸ ਵਾਰ ਵੀ ਬੇਟੀ ਹੋਏਗੀ। ਸਿਸਟਰ ਨੇ ਵਿਸ਼ਵਾਸ ਦੇ ਨਾਲ ਵਰਤ ਦੇ ਸਮੇਂ ਦੇ ਵਿੱਚ ਉਹਨਾਂ ਦੇ ਬੱਚੇ ਦੇ ਲਈ ਦੁਆ ਕੀਤੀ। ਸਿਸਟਰ ਦੱਸਦੇ ਹਨ ਕਿ ਪਰਮੇਸ਼ਰ ਨੇ ਉਹਨਾਂ ਨੂੰ ਬੇਟੇ ਦੇ ਨਾਲ ਬਲੈਸ ਕੀਤਾ ਆ ਅਤੇ ਜਦੋਂ ਉਹ ਬੇਟਾ ਪੈਦਾ ਹੋਇਆ, ਡਾਕਟਰਸ ਨੇ ਬੋਲਿਆ ਕਿ ਇਹ ਬਹੁਤ ਜ਼ਿਆਦਾ ਵੀਕ ਆ, 50% ਚਾਂਸਸ ਨੇ ਕਿ ਇਹ ਬਚ ਸਕਦਾ ਆ, ਪਰ ਉਹ ਕਹਿੰਦੇ ਵੀ ਪੂਰੀ ਸ਼ੋਰ ਹੀ ਨਹੀਂ ਆ ਸੀ ਕਿ ਇਹ ਬਚ ਹੀ ਜਾਵੇਗਾ। ਤਾਂ ਸਿਸਟਰ ਨੇ ਵਿਸ਼ਵਾਸ ਦੇ ਨਾਲ ਉਹਨਾਂ ਦੇ ਉੱਤੇ ਦੁਆ ਕੀਤੀ। ਉਹ ਬੇਟਾ ਮਸ਼ੀਨ ਦੇ ਵਿੱਚ ਸੀ। ਸਿਸਟਰ ਨੇ ਉਹਨਾਂ ਦੇ ਉੱਪਰ ਹੱਥ ਰੱਖ ਕੇ ਪ੍ਰਾਰਥਨਾ ਕੀਤੀ। ਪਰਮੇਸ਼ਰ ਨੇ ਉਹਨਾਂ ਦੀ ਆਵਾਜ਼ ਨੂੰ ਸੁਣਿਆ ਅਤੇ ਹੁਣ ਉਹ ਬੇਟਾ ਬਿਲਕੁਲ ਨਾਰਮਲ ਆ। ਇਸ ਗਵਾਹੀ ਦੇ ਲਈ ਸਿਸਟਰ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ। ਅੱਜ ਆਪਾਂ ਪਰਮੇਸ਼ਰ ਦੇ ਵਚਨ 'ਚੋਂ ਜਾਣਾਂਗੇ। ਯਾਕੂਬ 3 ਉਹਦੀ 13 ਤੋਂ ਲੈ ਕੇ 15 ਨੰਬਰ ਆਇਤ ਤੱਕ। ਜੇ ਤੁਹਾਡੇ ਵਿੱਚ ਕੋਈ ਦੁਖੀ ਹੈ ਤਾਂ ਉਹ ਪ੍ਰਾਰਥਨਾ ਕਰੇ, ਜੇ ਕੋਈ ਆਨੰਦ ਹੈ ਤਾਂ ਉਹ ਭਜਨ ਗਾਵੇ। ਜੇਕਰ ਤੁਹਾਡੇ ਵਿੱਚ ਕੋਈ ਰੋਗੀ ਹੈ ਤਾਂ ਕਲੀਸਿਆ ਦੇ ਬਜ਼ੁਰਗਾਂ ਨੂੰ ਬੁਲਾਵੇ ਅਤੇ ਪ੍ਰਭੂ ਦਾ ਨਾਮ ਲੈ ਕੇ ਉਸ 'ਤੇ ਤੇਲ ਮਲਣ ਅਤੇ ਉਸ ਲਈ ਪ੍ਰਾਰਥਨਾ ਕਰਨ ਅਤੇ ਵਿਸ਼ਵਾਸ ਦੀ ਪ੍ਰਾਰਥਨਾ ਦੇ ਦੁਆਰਾ ਰੋਗੀ ਬਚ ਜਾਵੇਗਾ ਅਤੇ ਪ੍ਰਭੂ ਉਸ ਨੂੰ ਉਠਾ ਕੇ ਖੜਾ ਕਰੇਗਾ ਅਤੇ ਜੇ ਉਸਨੇ ਪਾਪ ਵੀ ਕੀਤੇ ਹੋਣ ਤਾਂ ਵੀ ਉਸ ਨੂੰ ਮਾਫ ਕੀਤੇ ਜਾਣਗੇ। ਹਾਲੇਲੂਇਆ। ਪਰਮੇਸ਼ਰ ਦਾ ਵਚਨ ਸਾਨੂੰ ਕੀ ਦੱਸਦਾ? ਕਹਿੰਦਾ ਜੇ ਤੁਹਾਡੇ ਵਿੱਚੋਂ ਕੋਈ ਦੁਖੀ ਆ ਤਾਂ ਉਹ ਪ੍ਰਾਰਥਨਾ ਕਰੇ। ਪਰਮੇਸ਼ਰ ਨੇ ਸਭ ਤੋਂ ਪਹਿਲਾਂ ਸਾਨੂੰ ਹੁਕਮ ਦਿੱਤਾ ਕਿ ਦੁੱਖ ਦੇ ਵਿੱਚ ਪ੍ਰਾਰਥਨਾ ਕਰੋ ਅਤੇ ਅਸੀਂ ਕਹਿ ਰਹੇ ਹਾਂ ਕਿ ਸਾਡੀ ਜ਼ਿੰਦਗੀ 'ਚ ਦੁੱਖ ਬਹੁਤ ਆ, ਚਿੰਤਾਵਾਂ ਬਹੁਤ ਆ, ਉਹਨਾਂ ਦੇ ਕਰਕੇ ਸਾਡਾ ਪ੍ਰਾਰਥਨਾ ਦੇ ਵਿੱਚ ਮਨ ਨਹੀਂ ਲੱਗਦਾ। ਜਦੋਂ ਸਾਡੇ ਮਨ 'ਤੇ ਬੋਝ ਹੁੰਦਾ ਆ, ਜਦੋਂ ਸਾਡੇ ਮਨ 'ਤੇ ਕਿਸੇ ਗੱਲ ਦੀ ਚਿੰਤਾ ਜਾਂ ਟੈਨਸ਼ਨ ਹੁੰਦੀ ਆ, ਉਦੋਂ ਅਸੀਂ ਕਿੰਨਾ ਵੀ ਟਰਾਈ ਕਰ ਲਈਏ ਪਰ ਸਾਡੇ ਕੋਲੋਂ ਜਿਹੜਾ ਪ੍ਰਾਰਥਨਾ ਵਿੱਚ ਮਨ ਜਿਹੜਾ ਟਿਕਾ ਨਹੀਂ ਹੁੰਦਾ, ਅਸੀਂ ਇੱਧਰ ਉੱਧਰ ਭਟਕਦੇ ਰਹਿੰਦੇ ਆ। ਪਰ ਸਾਡੇ ਪਰਮੇਸ਼ਰ ਦਾ ਤਾਂ ਇਸ ਵਚਨ ਦੇ ਵਿੱਚ ਸਭ ਤੋਂ ਪਹਿਲਾ ਹੁਕਮ ਇਹੀ ਆ ਕਿ ਜਿਹੜਾ ਕੋਈ ਦੁਖੀ ਆ ਉਹ ਪ੍ਰਾਰਥਨਾ ਕਰੇ। ਧਿਆਨ ਨਾਲ ਸੁਣੋ, ਪਰਮੇਸ਼ਰ ਕਹਿ ਰਿਹਾ ਪ੍ਰਾਰਥਨਾ ਕਰੇ, ਕਰਵਾਵੇ ਨਹੀਂ। ਉਹਨੇ ਆ ਨਹੀਂ ਕਿਹਾ ਵੀ ਜਾਓ ਅਤੇ ਕਿਸੇ ਦਾ ਵੀ ਦਿਮਾਗ ਖਾਓ, ਆਪਣਾ ਤਾਂ ਖਰਾਬ ਹੋਇਆ ਹੀ ਆ। ਪਰ ਸਭ ਤੋਂ ਪਹਿਲਾਂ ਫਰਸਟ ਟਰਾਈ ਯੋਰਸੈਲਫ। ਆਪਣੇ ਆਪ ਦੇ ਲਈ ਟਰਾਈ ਕਰੋ, ਕੋਸ਼ਿਸ਼ ਕਰੋ, ਕਿਉਂਕਿ ਪਰਮੇਸ਼ਰ ਨੇ ਅਗਰ ਕੋਈ ਹੋਰ ਵੀ ਤੁਹਾਡੇ ਲਈ ਦੁਆ ਕਰੇਗਾ ਨਾ, ਉਦੋਂ ਵੀ ਪਰਮੇਸ਼ਰ ਨੇ ਤੁਹਾਡਾ ਹੀ ਵਿਸ਼ਵਾਸ ਵੇਖਣਾ। ਸਾਹਮਣੇ ਵਾਲਾ ਭਾਵੇਂ ਕਿੰਨਾ ਵੀ ਆਤਮਾ ਨਾਲ ਭਰ ਕੇ ਦੁਆ ਕਰ ਦੇਵੇ, ਜੇ ਤੁਹਾਡੇ ਮਨ 'ਚ ਉਦੋਂ ਬਾਅਦ ਇਹ ਹੋਇਆ ਨਾ ਕਿ ਪ੍ਰਾਰਥਨਾ ਤਾਂ ਕਰਵਾ ਲਈ ਆ, ਪਤਾ ਨਹੀਂ ਹੋਣਾ ਕਿ ਨਹੀਂ ਹੋਣਾ, ਫਿਰ ਡੈਫੀਨੇਟਲੀ ਨਹੀਂ ਹੋਏਗਾ।
क्योंकि वो भावें जिन्ना मर्जी विश्वास ना कर ले पर विश्वास ना रिसीव करन वाले दी प्रार्थना सुनी जाती है। और अगर सिर्फ करन वाले दी प्रार्थना सुनी जाती ना तो चर्चां दे विच लखां लोग जांदे ते लख दे लख ही ठीक होके आउंदे जे करन वाले दा विश्वास वेख्या जांदा। क्योंकि करन वाला तो बड़े विश्वास ते बड़ी शिद्दत और बड़ी रूह दे नाल प्रार्थना करदा कि खुदावंद मेरे सामने खड़े हर एक भैन भाई नूं चंगा कर, अज कोई भी खाली ना जावे। पर बहुत सारे खाली मुड़ के आउंदे उत्तों। कौन खाली मुड़ के आउंदा? ਜਿਹਦੇ अंदर विश्वास नहीं हुंदा। इसलिए किसी तो भावें करवा लो भावें कर लो, जे तुहाडे अंदर विश्वास नहीं हैगा तो वो प्रार्थना दा उत्तर नहीं आएगा। तो कोशिश यही करो भी पहला कुछ आप करो। ਅਸੀਂ ਨਿੱਕੀ ਜਿਹੀ ਗੱਲ ਤੇ ਕਿਸੇ ਨੂੰ ਪਰੇਸ਼ਾਨੀ ਦੇ ਦਿੰਨੇ ਆ, ਉਹਦੇ ਨਾਲ ਅਸੀਂ ਇਹ ਪ੍ਰੂਫ ਕਰ ਦਿੰਨੇ ਵੀ ਅਸੀਂ ਆਲਸੀ ਆ। ਪਰਮੇਸ਼ਰ ਅਸੀਂ ਤਾਂ ਆਪਦੇ ਆਪ ਲਈ ਦੁਆ ਨਹੀਂ ਕਰ ਸਕਦੇ, ਹੋਰ ਤੇਰੇ ਕੰਮ ਤਾਂ ਅਸੀਂ ਕਰ ਹੀ ਕੀ ਲਵਾਂਗੇ। ਅਸੀਂ ਕਹਿੰਦੇ ਪ੍ਰਭੂ ਮਾੜਾ ਜਿਹਾ ਸੈਟਲ ਕਰ ਦੇ ਫਿਰ ਅਸੀਂ ਤੇਰੇ ਕੰਮ ਕਰਾਂਗੇ। ਪਰਮੇਸ਼ਰ ਥੋੜ੍ਹੀਆਂ ਚਿੰਤਾਵਾਂ ਪਰੇਸ਼ਾਨੀਆਂ ਜਾਂ ਨਿਕਲ ਜਾਣ, ਅਸੀਂ ਤੇਰੇ ਕੰਮ ਦੇ ਵਿੱਚ ਵਧਣਾ ਚਾਹੁੰਦੇ ਆ। ਜਿਹੜਾ ਬੰਦਾ ਆਪਣੇ ਆਪ ਲਈ ਦੁਆ ਹੀ ਨਹੀਂ ਕਰ ਸਕਦਾ ਉਹ ਪਰਮੇਸ਼ਰ ਦੇ ਕੰਮ ਕੀ ਕਰੇਗਾ। हर एक बंदा सैल्फिश हुंदा आ, वो अपनी जान नूं पहला प्यार करदा अते आपदे लई वो हर कुछ करन दे लई तैयार आ। पर अफसोस है साडे ते कि असीं आपदे लई प्रार्थना ही करन लई तैयार नहीं। सानूं परमेशर भावें कही जावे भी दुख दे विच प्रार्थना करो, पर असीं फिर भी दुख दे विच प्रार्थना करवाउण ते विश्वास रखदे आ, करन ते नहीं। क्योंकि सानूं ये लगदा भी साडी तां परमेशर सुणदा ही नहीं, असीं किसे होर तो कराईए जिहदी सुणदा होवे। क्यों तुसीं परमेशर दी कोई मां मारिया, परमेशर दे तो कुछ चक के लै आए आ, या परमेशर ना कोई वादा कीता सी तां ओह मुकर गए उहदे तो भी हाँ भी हुण असीं मूँह नहीं मिला सकदे परमेशर नाल। असीं तां प्रभु नूं कहा सीगा भी आह काम करांगे पर साथों होया नहीं। ते जे तुसीं नहीं कीता फिर भावें सामने वाला कोई कर भी दवे, परमेशर किसी दी सिफारिश नहीं लैंदा। हाँ उत्थे परमेशर किसी दी सिफारिश लैंदा आ ਜਦੋਂ ਕੋਈ ਬੰਦਾ ਬਿਲਕੁਲ ਹੀ ਨਾਕਾਮਯਾਬ ਹੋਵੇ, ਬਹੁਤ ਜ਼ਿਆਦਾ ਐਮਰਜੈਂਸੀ 'ਚ ਹੋਵੇ, ਬੋਲਣ ਉੱਠਣ ਬੈਠਣ ਦੇ ਯੋਗ ਨਾ ਰਿਹਾ ਹੋਵੇ, ਉੱਥੇ ਪਰਮੇਸ਼ਰ ਕਹਿ ਰਿਹਾ ਕਿ ਜੇ ਕੋਈ ਜ਼ਿਆਦਾ ਬਿਮਾਰ ਹੋਵੇ ਬਹੁਤ ਸਾਰੇ ਲੋਕ ਉੱਥੇ ਬੈਠਣ, ਕਲੀਸਿਆ ਦੇ ਬਜ਼ੁਰਗਾਂ ਨੂੰ ਬੁਲਾਉਣ, ਆਪਣੇ ਦਾਸਾਂ ਨੂੰ ਬੁਲਾਓ, ਉਹ ਤੇਲ ਮਲਿਆ ਤੇ प्रार्थना करे। अगर कोई रोगी आ बहुत ज़्यादा सीरीयस आ, पर जे एक परसन बैठन उठन की हालत विच हैगा, थोड़ा बहुत सिर दर्द आ या फिर थोड़ी बहुत घबराहट हो रही आ, BP थोड़ा बहुत उपर नीचे आ, थोड़ा बहुत ज़्यादा प्रॉब्लम होवे, उस वेले तुसी कॉन्शियस नहीं हैगे, टॉलरेबल नहीं हैगी तुहाडी प्रॉब्लम, उस वेले तुसी कॉल कर सकते हो। बट जदों तुसी अपने आप दे विच चंगे आ, अपने आप नूं संभालण जोगे आ, उस वेले घट्टो घट्ट अपने लिए खुद ट्राई करो। क्योंकि किन्नू किसी नूं कहोगे तुसी वो तो खुश ही होएगा कि मेरे कोले प्रभु का काम आया, मैं प्रभु का काम करन लगा, तो प्रभु ने भी उन्होंने खुश होकर आशीष दे ही देनी कि इन्हें आपदे लई नहीं दुआ कीती, इहदे कोले कोई आया इन्हें उहदे लई दुआ कर दित्ती ते इन्हें किन्ना सोहना काम कीता आ। ते जिहड़ा आपदी प्रॉब्लम किसी होर कोल लै जाएगा वो तो अपने फल खुद उहदे हत्थीं वेच आएगा भी मैनू प्रभु तो फल नहीं चाहिए, फल फुल तू रख ला, मैनू तां तू चंगा कर दे, मैनू तां इन्ना ही बहुत आ। तो पहला हुक्म यह आ कि आपदे आप लिए खुद दुआ करो। दुख दे वेले पहली प्रार्थना खुद करो। अते जे तुसी आनंद दे विच आ फिर भजन जबूर गाओ, परमेशर दी महिमा करो भजनां दे नाल, धन्नवाद दे नाल। असीं कह दिंदे भी सानू प्रार्थना दे शब्द नहीं मिलदे, सानू किन्ना क धन्नवाद करिए, किवें धन्नवाद करिए, किहड़ी गल दा धन्नवाद करिए, साथों शब्द खत्म हो जाते आ। तां ओह हर एक भैन भाई भजन गावे, क्योंकि भजन गाउणा भी परमेशर दा धन्नवाद अते ओहदी महिमा करना ही आ। बहानेबाजी ना करो, बहुत तरीके आ। जे प्रार्थना नहीं आउंदी, शब्द नहीं मिलते तो भजन गाओ, भजन नूं गाओगे तो उहदे विच परमेशर की महिमा हुंदी आ। जिन्ना बहुत सारे वचन इदां दे आ कि परमेशर तू सानूं छुया ते साडे रोग टुट गए, परमेशर तू साडे कोले आया, तू साडे हालात बदल दिते, परमेशर तू सानूं आके धो दिता, शुद्ध कर दिता। किन्ने सोहणे सोहणे शब्द हुंदे भजनां दे विच, उहनां दे नाल ही असीं प्रभु की महिमा करांगे तो परमेशर खुश होवेगा। एक जगह ते किसी ने गल कही सी कि 2 बार प्रार्थना करना, 1 बार भजन करना इक्वल आ। मतलब 1 बार तुसी भजन सुन लिया, 2 बार प्रार्थना करन दे बराबर आ।
ਇਸ ਲਈ ਜੇ ਸਾਨੂੰ ਪ੍ਰਾਰਥਨਾ ਨਹੀਂ ਆਉਂਦੀ, ਜਿੰਨੇ ਭਜਨ ਹੋ ਸਕਦੇ ਗਾਓ, ਕਿਉਂਕਿ ਦਾਊਦ ਪਰਮੇਸ਼ਰ ਦੇ ਭਜਨ ਗਾਉਂਦਾ ਸੀ, ਨੱਚਦਾ ਸੀ, ਤੇ ਇੰਨੇ 'ਚ ਹੀ ਪਰਮੇਸ਼ਰ ਖੁਸ਼ ਸੀ, ਸਾਡੇ ਤੋਂ ਵੀ ਖੁਸ਼ ਹੋਏਗਾ। ਔਰ ਕਹਿ ਰਿਹਾ ਜੇਕਰ ਕੋਈ ਰੋਗੀ ਹੋਵੇ, ਕਲੀਸਿਆ ਦੇ ਬਜ਼ੁਰਗਾਂ ਨੂੰ ਬੁਲਾਓ, ਦਾਸਾਂ ਨੂੰ ਬੁਲਾਓ, ਘਰ ਵਿੱਚ ਸੰਗਤੀ ਕਰੋ, ਬੰਦਗੀ ਕਰੋ, ਸੰਗਤ ਨੂੰ ਬੁਲਾਓ, ਸੰਗਤ ਮਿਲ ਕੇ ਦੁਆ ਕਰੇ। ਬਹੁਤ ਸਾਰੇ ਲੋਕ ਤੁਹਾਡੇ ਘਰ 'ਚ ਆਉਣ, ਤੁਹਾਡੇ ਘਰ ਦੇ ਵਿੱਚ ਸੰਗਤ ਦੇ ਕਦਮ ਪੈਣ, ਆਸ਼ੀਸ਼ ਬਰਕਤ ਅਤੇ ਸ਼ਬਦਾਂ ਨੂੰ ਲੈ ਕੇ ਆਉਣ, ਧੰਨਵਾਦ ਦੀਆਂ ਭੇਟਾਂ ਨੂੰ ਲੈ ਕੇ ਆਉਣ, ਰੋਗੀ ਚੰਗਾ ਹੋ ਜਾਵੇਗਾ। ਔਰ ਸਭ ਤੋਂ ਮੇਨ ਗੱਲ ਜੋ ਫਸਟ ਟੌਪਿਕ 'ਚ ਆਪਾਂ ਕਹੀ ਆ, ਉਹ ਕਹਿੰਦੇ ਵਿਸ਼ਵਾਸ ਦੀ ਪ੍ਰਾਰਥਨਾ ਦੇ ਦੁਆਰਾ ਰੋਗੀ ਬਚ ਜਾਵੇਗਾ। ਹਾਲੇਲੂਇਆ। ਹੁਣ ਸਾਰੀ ਗੱਲ ਕਿੱਥੇ ਆ ਗਈ? ਫਿਰ ਵੀ ਵਿਸ਼ਵਾਸ 'ਤੇ, ਕਿ ਭਾਵੇਂ ਕਲੀਸਿਆ ਦੇ ਪ੍ਰਧਾਨ ਯਾਚਕ ਜਾਂ ਬਜ਼ੁਰਗ ਜਾਂ ਫਿਰ ਦਾਸ ਆ ਕੇ ਤੁਹਾਡੇ ਲਈ ਦੁਆ ਕਰ ਜਾਣ, ਜਾਂ ਤੁਸੀਂ ਖੁਦ ਕਰ ਲਓ, ਪਰ ਕੰਮ ਕਿਹਨੇ ਕਰਨਾ? ਵਿਸ਼ਵਾਸ ਦੀ ਪ੍ਰਾਰਥਨਾ ਨੇ। ਅਗਰ ਤੁਹਾਡੇ ਵਿੱਚ ਵਿਸ਼ਵਾਸ ਆ, ਫਿਰ ਹੀ ਉਹ ਪ੍ਰਾਰਥਨਾ ਕੰਮ ਕਰੇਗੀ। ਅਗਰ ਤੁਹਾਡੇ 'ਚ ਵਿਸ਼ਵਾਸ ਨਹੀਂ ਹੈਗਾ, ਫਿਰ ਤਾਂ ਅਸੀਂ ਆਪਣੇ ਹਾਲਾਤ ਨਹੀਂ ਬਦਲ ਸਕਦੇ, ਕਿਉਂਕਿ ਵਚਨ ਵੀ ਸਾਨੂੰ ਦੱਸਦਾ ਕਿ ਵਿਸ਼ਵਾਸ ਦੀ ਪ੍ਰਾਰਥਨਾ ਦੇ ਨਾਲ ਰੋਗੀ ਬਚ ਜਾਵੇਗਾ। ਅਤੇ ਉਹਨੂੰ ਖੜਾ ਕੌਣ ਕਰੇਗਾ? ਪ੍ਰਭੂ ਕਰੇਗਾ। ਕਹਿੰਦਾ ਪਰਮੇਸ਼ਰ ਉਹਨੂੰ ਖੜਾ ਕਰੇਗਾ। ਹੁਣ ਇੱਥੇ ਇਹ ਨਹੀਂ ਲਿਖਿਆ ਗਿਆ ਵੀ ਜਿਹੜਾ ਪ੍ਰਾਰਥਨਾ ਕਰੇਗਾ ਉਹੀ ਖੜਾ ਕਰ ਦੇਗਾ, ਕਿਉਂਕਿ ਉਹਦੇ 'ਚ ਇੰਨੀ ਤਾਕਤ ਆ ਬਈ ਉਹਦੀ ਤਾਂ ਪ੍ਰਭੂ ਨੇੜੇ ਹੋ ਕੇ ਸੁਣਦਾ। ਪ੍ਰਭੂ ਨੇ ਤਾਂ ਉਹਨੂੰ ਆਪਦੀਆਂ ਅੱਧੀਆਂ ਸ਼ਕਤੀਆਂ ਦੇ ਦਿੱਤੀਆਂ ਆ। ਉਹ ਤਾਂ ਹੱਥ ਘੁਮਾਏਗਾ, ਜਾਦੂ ਦੀ ਛੜੀ ਘੁਮਾਏਗਾ ਤੇ ਉਹਨੂੰ ਠੀਕ ਕਰ ਦੇਗਾ। ਕੋਈ ਦਾਸ ਆ, ਕੋਈ ਪ੍ਰਧਾਨ ਯਾਚਕ ਆ, ਕੋਈ ਪ੍ਰਾਰਥਨਾ ਕਰਨ ਵਾਲਾ, ਕੋਈ ਸੇਵਕ ਆ, ਕੋਈ ਸਿਸਟਰ ਆ, ਕੋਈ ਬ੍ਰਦਰ ਆ, ਜੋ ਤੁਹਾਡੇ ਲਈ ਦੁਆ ਕਰ ਰਿਹਾ ਆ, ਉਹਦੇ 'ਚ ਕੋਈ ਮੈਜੀਕਲ ਪਾਵਰ ਨਹੀਂ ਆ। ਪਾਵਰ ਸਿਰਫ ਯੀਸ਼ੂ ਦੇ ਨਾਮ ਦੇ ਵਿੱਚ ਤੇ ਤੁਹਾਡੇ ਵਿਸ਼ਵਾਸ ਦੇ ਵਿੱਚ ਆ। ਔਰ ਕਹਿੰਦਾ ਵਿਸ਼ਵਾਸ ਦੀ ਪ੍ਰਾਰਥਨਾ ਨਾਲ ਰੋਗੀ ਉੱਠ ਖੜਾ ਹੋਏਗਾ, ਬਚ ਜਾਵੇਗਾ ਤੇ ਯੀਸ਼ੂ ਉਹਨੂੰ ਖੜਾ ਕਰੇਗਾ। ਪ੍ਰਭੂ ਹੀ ਉਹਨੂੰ ਖੜਾ ਕਰੇਗਾ। ਕੋਈ ਬੰਦਾ ਇੰਨੀ ਹਿੰਮਤ ਤਾਕਤ ਨਹੀਂ ਰੱਖਦਾ ਵੀ ਮੇਰੇ ਕੋਲੇ ਲੱਖ ਬੰਦਾ ਆਵੇ, ਮੈਨੂੰ ਵਿਸ਼ਵਾਸ ਹੈ ਵੀ ਲੱਖ ਹੀ ਚੰਗਾ ਹੋ ਕੇ ਜਾਏਗਾ। ਤੁਸੀਂ ਤਾਂ ਲੱਖ ਨੂੰ ਚੰਗਾ ਕਰ ਦਿਓ। ਜੇ ਲੱਖ ਵਿੱਚੋਂ 10 ਬੰਦੇ ਖੂਨ ਕਰਕੇ ਆਏ ਹੋਣ, ਸਾਹਮਣੇ ਖੜੇ ਹੋਣ, ਤੇ ਉਹ ਕਹਿਣ ਵੀ ਅਸੀਂ ਤਾਂ ਅੱਜ ਚੰਗੇ ਹੋ ਕੇ ਜਾਵਾਂਗੇ, ਕੀ ਪਰਮੇਸ਼ਰ ਉਹਦੇ ਉਸ ਗੁਨਾਹ ਨੂੰ ਅਵੋਇਡ ਕਰ ਦੇਗਾ, ਇਗਨੋਰ ਕਰ ਦੇਗਾ, ਭੁੱਲ ਜਾਏਗਾ? ਜਾਂ ਫਿਰ ਅਜਿਹਾ ਹੋਵੇ ਜਿਹੜਾ ਆਪਣੇ ਘਰ ਵਾਲੀ ਨੂੰ ਕੁੱਟਦਾ ਹੋਵੇ, ਰੋਜ਼ ਨਸ਼ਾ ਕਰਦਾ ਹੋਵੇ, ਵਿਚਾਰ 'ਚ ਹੋਵੇ, ਤੇ ਕੀ ਉੱਥੋਂ ਚੰਗਾ ਹੋ ਕੇ ਚੱਲ ਜਾਏਗਾ? ਕਿਸੇ ਦੇ ਹੱਥ ਨਹੀਂ ਹੈਗਾ ਕਿਸੇ ਦੇ ਪਾਪ ਮਾਫ ਕਰਨਾ, ਕਿਸੇ ਦੇ ਜ਼ਿੰਦਗੀ ਦੀ ਚਿੱਠੀ ਨੂੰ ਖੋਲ੍ਹ ਕੇ ਦੱਸਣਾ। ਬਹੁਤ ਸਾਰੇ ਇਹ ਪਹਿਲਾਂ ਵੀ ਗੱਲ ਕਹੀ ਸੀ ਕਿ ਕਹਿਣਗੇ ਸਿਸਟਰ ਜੀ ਪ੍ਰਭੂ ਜੀ ਤੋਂ ਪੁੱਛ ਕੇ ਦੱਸਿਓ, ਬੈਠਿਓ ਸਾਡੇ ਲਈ ਖਾਸ ਪ੍ਰਾਰਥਨਾ 'ਚ, ਸਾਨੂੰ ਪੁੱਛ ਕੇ ਦੱਸਿਓ ਵੀ ਸਾਡੀ ਜ਼ਿੰਦਗੀ 'ਚ ਆਹ ਕੰਮ ਕਿਉਂ ਆ। ਕੀ ਸਮਝਦੇ ਤੁਸੀਂ ਮੈਨੂੰ? ਪੁੱਛਾਂ ਕੱਢਣ ਵਾਲੀ ਦੇਵੀ। ਇਹ ਕੰਮ ਨਹੀਂ ਹੈ ਸਾਡਾ। ਪਰਮੇਸ਼ਰ ਨੇ ਜੋ ਗੱਲ ਤੁਹਾਨੂੰ ਦੱਸਣੀ ਉਹ ਤੁਹਾਨੂੰ ਹੀ ਦੱਸਣੀ ਹੈ, ਮੈਨੂੰ ਨਹੀਂ ਦੱਸਣੀ। ਕਿਸੇ ਦੀ ਜ਼ਿੰਦਗੀ ਪਰਮੇਸ਼ਰ ਮੇਰੇ ਕੋਲੇ ਖੋਲ੍ਹ ਕੇ ਨਹੀਂ ਦੱਸੇਗਾ, ਕਿਉਂਕਿ ਤੁਸੀਂ ਉਹਦੇ ਧੀਆਂ ਪੁੱਤਰ ਆ। ਹੁਣ ਇੱਕ ਐਗਜ਼ਾਮਪਲ ਦੱਸਦੇ ਆ ਵੀ ਇੱਕ ਮਾਂ ਬਾਪ ਦੇ 2 ਬੱਚੇ ਆ, ਤਾਂ ਜਦੋਂ ਉਹ ਇੱਕ ਬੱਚਾ ਗਲਤੀ ਕਰਦਾ ਤਾਂ ਉਹਦੀ ਮਾਂ ਉਹਦੇ ਬਾਪ ਤੋਂ ਪਰਦਾ ਪਾਉਂਦੀ ਆ ਵੀ ਕਿਤੇ ਇਹਦਾ ਬਾਪ ਨੂੰ ਜੇ ਪਤਾ ਲੱਗ ਗਿਆ ਇਹਨੇ ਗਲਤੀ ਕੀਤੀ ਤੇ ਕਿਤੇ ਇਹਦੇ 'ਤੇ ਸਜ਼ਾ ਨਾ ਪਾਵੇ, ਜਾਂ ਇਹਨੂੰ ਮਾਰੇ ਨਾ, ਇਹਨੂੰ ਕੁੱਟੇ ਨਾ, ਇਹਨੂੰ ਘਰੋਂ ਨਾ ਕੱਢ ਦੇਵੇ। ਤੇ ਜੇ ਕੋਈ ਮੇਰੀ ਧੀ ਗਲਤੀ ਕਰਦੀ ਤਾਂ ਵੀ ਮਾਂ ਉਹਦੇ ਭਰਾ ਤੋਂ ਵੀ ਤੇ ਉਹਦੇ ਬਾਪ ਤੋਂ ਵੀ ਪਰਦਾ ਪਾਉਂਦੀ ਵੀ ਇਹ ਦੋਵੇਂ ਇਹਨੂੰ ਕੁੱਟਣ ਨਾ, ਇਹਨੂੰ ਮਾਰਨ ਨਾ। ਤਾਂ ਉਸੇ ਤਰ੍ਹਾਂ ਇੱਕ ਬਾਪ ਜਿਹੜਾ ਸਵਰਗ ਵਿੱਚ ਬੈਠਾ, ਉਹ ਤੁਹਾਡੀ ਜ਼ਿੰਦਗੀ ਦੇ ਭੇਤ ਕਿਸੇ ਹੋਰ ਨੂੰ ਖੋਲ੍ਹ ਕੇ ਕਿਉਂ ਦੱਸੇਗਾ? ਉਹ ਤੁਹਾਡੀ ਗੱਲ ਆ, ਤੁਹਾਡੀ ਤੇ ਪਰਮੇਸ਼ਰ ਦੀ ਗੱਲ ਆ, ਤੁਸੀਂ ਕਰੋ, ਤੁਹਾਨੂੰ ਉੱਤਰ ਦੇਵੇਗਾ। ਇਸ ਲਈ ਅੰਧ ਵਿਸ਼ਵਾਸ ਵਿੱਚ ਨਾ ਪਾਓ। ਵਿਸ਼ਵਾਸ ਦੀ ਪ੍ਰਾਰਥਨਾ ਨਾਲ ਤੁਸੀਂ ਠੀਕ ਹੋਗੇ ਤੇ ਤੁਹਾਨੂੰ ਉੱਠ ਕੇ ਖੜਾ ਕਰਨ ਵਾਲਾ, ਤੁਹਾਡੇ ਸਵਾਲਾਂ ਦੇ ਜਵਾਬ ਦੇਣ ਵਾਲਾ ਪਾਦਰੀ ਨਹੀਂ ਹੋਏਗਾ, ਪਰਮੇਸ਼ਰ ਹੀ ਹੋਏਗਾ। ਤੇ ਤੁਹਾਨੂੰ ਜਵਾਬ ਦੇਣ ਦੇ ਲਈ ਉਹ ਕਹਿੰਦਾ ਸਿੱਧਾ ਰਸਤਾ ਮੈਂ ਹਾਂ। ਧਰਤੀ ਤੇ ਆਕਾਸ਼ ਦੇ ਉੱਤੇ ਯੀਸ਼ੂ ਨਾਮ ਤੋਂ ਬਿਨਾਂ ਕੋਈ ਨਾਮ ਨਹੀਂ ਦਿੱਤਾ ਗਿਆ ਜਿਹਦੇ ਵਿੱਚ ਅਸੀਂ ਮੰਗ ਸਕਦੇ ਹਾਂ। ਤੇ ਜਦੋਂ ਸਿੱਧਾ ਰਸਤਾ ਯੀਸ਼ੂ ਆ ਤੇ ਫਿਰ ਅਸੀਂ ਕਿਉਂ ਟੇਢੇ ਮੇਢੇ ਰਾਹਾਂ 'ਚ ਭਟਕਦੇ ਫਿਰਦੇ ਹਾਂ? ਕਹਿੰਦਾ ਅਗਰ ਤੁਸੀਂ ਪਾਪ ਵੀ ਕੀਤੇ ਹੋਣਗੇ ਤਾਂ ਉਹ ਮਾਫ ਹੋ ਜਾਣਗੇ। ਕਾਹਦੇ ਨਾਲ? ਵਿਸ਼ਵਾਸ ਦੀ ਪ੍ਰਾਰਥਨਾ ਦੇ ਨਾਲ। ਹੁਣ ਦੇਖਣਾ ਅਸੀਂ ਆ ਵੀ ਭਾਵੇਂ ਅਸੀਂ ਕਿਸੇ ਤੋਂ ਕਰਵਾ ਰਹੇ ਹਾਂ ਜਾਂ ਅਸੀਂ ਖੁਦ ਕਰ ਰਹੇ ਹਾਂ, ਉਸ ਪ੍ਰਾਰਥਨਾ ਦੇ ਵਿੱਚ ਕਿੰਨੇ % ਸਾਨੂੰ ਵਿਸ਼ਵਾਸ ਆ ਤੇ ਕਿੰਨੇ % ਸਾਨੂੰ ਅੰਧ ਵਿਸ਼ਵਾਸ ਆ। ਕਿੰਨੇ % ਅਸੀਂ ਡੋਲੇ ਹੋਏ ਆ ਤੇ ਕਿੰਨੇ % ਅਸੀਂ ਪੱਕੇ ਹੋ ਜਾਂਦੇ ਉਸ ਪ੍ਰਾਰਥਨਾ ਤੋਂ ਬਾਅਦ ਵੀ ਪ੍ਰਾਰਥਨਾ ਹੋ ਗਈ ਆ, ਮੇਰਾ ਕੰਮ ਹੋ ਗਿਆ ਆ, ਮੈਨੂੰ ਹੁਣ ਕੋਈ ਕਵੇ ਨਾ। ਮੈਨੂੰ ਅੱਜ ਤੋਂ ਪਹਿਲਾਂ ਜੋ ਵੀ ਸੀ ਪ੍ਰੋਬਲਮ, ਜੋ ਵੀ ਚਿੰਤਾ ਸੀ, ਹੁਣ ਨਹੀਂ ਰਹੇਗੀ। ਮੈਨੂੰ ਪਰਮੇਸ਼ਰ ਨੇ ਚੰਗਾ ਕਰਤਾ ਆ। ਤੇ ਜੇ ਪ੍ਰਾਰਥਨਾ ਤੋਂ ਬਾਅਦ ਉਹ ਪੁੱਛਣ, ਪਾਸਟਰ ਜੀ ਹੋਵੇ ਜਾਂ ਪ੍ਰਧਾਨ ਯਾਚਕ ਕੋਈ ਵੀ ਹੋਵੇ ਤੁਹਾਡੇ ਘਰੇ ਪ੍ਰਾਰਥਨਾ ਕਰੇ, ਕਵੇ ਕਿ ਬ੍ਰਦਰ ਹੁਣ ਤੁਸੀਂ ਠੀਕ ਆ? ਨਹੀਂ, ਹਜੇ ਤਾਂ ਉਵੇਂ ਹੀ ਆ, ਥੋੜ੍ਹਾ ਜਿਹਾ ਫਰਕ ਵੀ ਨਹੀਂ ਪਿਆ ਹਜੇ ਤਾਂ।
ਵਿਸ਼ਵਾਸ ਕਰੋ, ਪ੍ਰਭੂ ਨੇ ਤੁਹਾਨੂੰ ਚੰਗਾ ਕਰ ਦਿੱਤਾ। ਜੇ ਤੁਸੀਂ ਚੰਗੇ ਨਹੀਂ ਹੋਏ ਤਾਂ ਉਹਨੇ ਕਿਹੜਾ ਤੁਹਾਡੇ ਕੋਈ ਇੰਜੈਕਸ਼ਨ ਲਗਾਇਆ ਸੀ ਵੀ ਜਿਹੜਾ 5 ਮਿੰਟਾਂ 'ਚ ਅਸਰ ਹੋ ਜਾਏਗਾ। ਕਰਨਾ ਤੁਹਾਡੇ ਵਿਸ਼ਵਾਸ ਨੇ ਆ। ਵਿਸ਼ਵਾਸ ਕਰੋਗੇ 1 ਸੈਕਿੰਡ 'ਚ ਹੋ ਜਾਏਗਾ। ਵਿਸ਼ਵਾਸ ਨਾ ਕਰੋਗੇ ਤਾਂ ਭਾਵੇਂ 10 ਸਾਲ ਬੈਠੇ ਰਹੋ, ਉਸੇ ਪ੍ਰਾਰਥਨਾ ਨੂੰ ਲੈ ਕੇ ਨਹੀਂ ਹੋਏਗਾ। ਅਗਰ ਵਿਸ਼ਵਾਸ ਕਰੋਗੇ ਤਾਂ ਉਹਨੂੰ ਤੁਹਾਨੂੰ ਪੁੱਛਣ ਦੀ ਲੋੜ ਹੀ ਨਹੀਂ ਪਵੇਗੀ। ਔਰ ਅਗਰ ਉਹ ਪੁੱਛ ਰਿਹਾ ਨਾ ਤਾਂ ਉਹਦੇ ਪੁੱਛਣ ਤੋਂ ਪਹਿਲਾਂ ਹੀ ਤੁਸੀਂ ਜਵਾਬ ਦੇਣਾ ਵੀ ਹਾਂ ਮੈਂ ਠੀਕ ਹੋ ਚੁੱਕਾ ਆ, ਮੇਰੀਆਂ ਦਰਦਾਂ ਪੀੜਾਂ ਹਟ ਚੁੱਕੀਆਂ ਆ, ਮੇਰਾ ਸਰੀਰ ਹੌਲਾ ਹੋ ਗਿਆ ਆ, ਮੈਨੂੰ ਜੋ ਬੋਝ ਸੀ ਉਹ ਨਿਕਲ ਚੁੱਕਾ ਆ। ਤਾਂ ਸਭ ਦਾ ਸਭ ਕੰਮ ਕਿਹਦੇ ਨਾਲ ਹੋਏਗਾ? ਵਿਸ਼ਵਾਸ ਦੇ ਨਾਲ। ਤਾਂ ਵਿਸ਼ਵਾਸ ਕਰੋ, ਵਿਸ਼ਵਾਸ ਦੀ ਪ੍ਰਾਰਥਨਾ ਨਾਲ ਤਾਂ ਸਾਡੇ ਪਾਪ ਵੀ ਮਾਫ ਹੋ ਜਾਣਗੇ, ਪਰ ਉਹਦੇ ਮਾਫ ਹੋਣਗੇ ਜਿਹੜਾ ਵਾਅਦਾ ਕਰੇਗਾ ਕਿ ਪਰਮੇਸ਼ਰ ਮੈਂ ਅੱਜ ਤੋਂ ਬਾਅਦ ਪਾਪ ਨਾ ਕਰਾਂਗਾ, ਤੂੰ ਮੈਨੂੰ ਬਖਸ਼ ਲਿਆ, ਤੂੰ ਮੈਨੂੰ ਬਚਾ ਲਿਆ, ਤੇਰਾ ਧੰਨਵਾਦ ਆ ਖੁਦਾਵੰਦ, ਅੱਜ ਤੋਂ ਬਾਅਦ ਮੈਂ ਪਾਪ ਨਹੀਂ ਕਰਾਂਗਾ। ਹਾਲੇਲੂਇਆ। ਨੈਕਸਟ ਵਚਨ 'ਚੋਂ ਦੇਖਾਂਗੇ ਯਾਕੂਬ 5:16 ਔਰ 17 ਨੰਬਰ ਆਇਤ ਨੂੰ। ਇਸ ਲਈ ਤੁਸੀਂ ਆਪਸ ਵਿੱਚ ਇੱਕ ਦੂਜੇ ਦੇ ਸਾਹਮਣੇ ਆਪਣਿਆਂ ਪਾਪਾਂ ਦਾ ਇਕਰਾਰ ਕਰੋ ਅਤੇ ਇੱਕ ਦੂਜੇ ਲਈ ਪ੍ਰਾਰਥਨਾ ਕਰੋ ਤਾਂ ਜੋ ਤੁਸੀਂ ਚੰਗੇ ਹੋ ਜਾਓ। ਧਰਮੀ ਮਨੁੱਖ ਦੀ ਪ੍ਰਾਰਥਨਾ ਤੋਂ ਬਹੁਤ ਅਸਰ ਹੁੰਦਾ ਹੈ। ਏਲੀਆ ਵੀ ਸਾਡੇ ਵਰਗਾ ਦੁੱਖ ਸੁੱਖ ਭੋਗਣ ਵਾਲਾ ਮਨੁੱਖ ਸੀ ਅਤੇ ਉਸਨੇ ਤਨੋ ਮਨੋ ਪ੍ਰਾਰਥਨਾ ਕੀਤੀ ਜੋ ਮੀਂਹ ਨਾ ਪਵੇ ਅਤੇ 3.5 ਸਾਲ ਤੱਕ ਧਰਤੀ ਉੱਤੇ ਮੀਂਹ ਨਾ ਪਿਆ। ਹਾਲੇਲੂਇਆ। ਪ੍ਰਭੂ ਦਾ ਵਚਨ ਸਾਨੂੰ ਕੀ ਦੱਸਦਾ ਕਿ ਆਪਸ ਵਿੱਚ ਇਕੱਠੇ ਹੋ ਕੇ ਇੱਕ ਦੂਜੇ ਦੇ ਸਾਹਮਣੇ ਆਪਣੇ ਦੁੱਖਾਂ ਦਾ, ਆਪਣੇ ਸੁੱਖਾਂ ਦਾ, ਆਪਣੇ ਪਾਪਾਂ ਦਾ, ਆਪਣੇ ਗਲਤੀਆਂ ਦਾ, ਆਪਣੇ ਗੁਨਾਹਾਂ ਦਾ ਇਕਰਾਰ ਕਰਿਆ ਕਰੋ। ਵੀ ਹੁਣ ਦੁੱਖਾਂ ਸੁੱਖਾਂ ਦਾ ਤਾਂ ਅਸੀਂ ਇਕਰਾਰ ਕਰ ਲਾਂਗੇ ਵੀ ਹਾਂ ਸਾਡੇ ਆਹ ਦੁੱਖ ਆ, ਆਹ ਪ੍ਰੋਬਲਮ ਆ। ਈਵਨ ਦੁੱਖਾਂ ਦਾ ਹੀ ਕਰਾਂਗੇ ਅਸੀਂ, ਸੁੱਖ ਤਾਂ ਲੁਕੋ ਕੇ ਹੀ ਰੱਖ ਲੈਣੇ ਵੀ ਨਾ ਕਿਸੇ ਦੀ ਨਜ਼ਰ ਹੀ ਨਾ ਲੱਗ ਜਾਵੇ ਸਾਡੇ ਸੁੱਖਾਂ ਨੂੰ। ਜੇ ਸਾਡੇ ਘਰ 'ਚ 5000 ਰੁਪਈਆ ਤਾਂ ਅਸੀਂ ਕਹਾਂਗੇ ਸਾਡੇ ਘਰ 'ਚ ਤਾਂ ਭੈਣੇ 500 ਰੁਪਈਆ ਹੀ ਆ, ਮਸਾਂ ਹੀ ਗੁਜ਼ਾਰਾ ਚੱਲਦਾ। ਜੇ ਸਾਡੇ ਘਰ 'ਚ ਕਿਤੇ ਬਹੁਤ ਹੀ ਖੁੱਲੀ ਚੀਜ਼ ਪਈ ਤਾਂ ਅਸੀਂ ਲੁਕਾ ਕੇ ਰੱਖਦੇ ਵੀ ਕਿਤੇ ਉਹ ਮੰਗ ਹੀ ਨਾ ਲਵੇ। ਸਾਡੇ ਦੁੱਖ ਅਸੀਂ ਦੱਸ ਸਕਦੇ ਹਾਂ, ਸੁੱਖ ਨਹੀਂ ਕਿਸੇ ਨੂੰ ਦੱਸ ਸਕਦੇ। ਔਰ ਦੂਜੀ ਗੱਲ, ਪਾਪ ਤਾਂ ਅਸੀਂ ਜਮਾਂ ਹੀ ਨਹੀਂ ਦੱਸ ਸਕਦੇ। ਸਾਨੂੰ ਪਹਿਲਾਂ ਹੀ ਇਹ ਗੱਲ ਦੱਸੀ ਜਾਂਦੀ ਵੀ ਕਿਸੇ ਕੋਲੇ ਆਪਦੀ ਬਹੁਤੀ ਗੱਲ ਨਹੀਂ ਖੋਲ ਕੇ ਦੱਸਣੀ, ਅਗਲਾ ਉਲਾਮਾ ਦੇ ਦੂਗਾ, ਕੱਲ ਨੂੰ ਮਿਹਣਾ ਮਾਰ ਦੂਗਾ। ਪਰ ਅਸੀਂ ਪਰਮੇਸ਼ਰ ਦੇ ਸੱਚੇ ਲੋਕਾਂ ਕੋਲ, ਸੱਚੇ ਧਰਮੀਆਂ ਕੋਲ, ਜਿਹੜੇ ਸਾਡਾ ਮਖੌਲ ਨਹੀਂ ਉਡਾਉਂਦੇ, ਜਿਹੜੇ ਪਰਮੇਸ਼ਰ ਦੀ ਕਿਰਪਾ 'ਚ ਚੱਲਦੇ ਆ, ਹਰ ਇੱਕ ਕੋਲੇ ਆਪਣਾ ਦੁੱਖ ਸੁੱਖ ਨਹੀਂ ਕਰਨਾ। ਪਰਮੇਸ਼ਰ ਕਹਿੰਦਾ ਉਹਦੇ ਕੋਲੇ ਕਰੋ ਜਿਹੜਾ ਤੁਹਾਡੇ ਲਈ ਦੁਆ ਕਰੇ, ਜਿਹੜੇ ਤੁਹਾਡੇ ਹਾਲਾਤ ਬਦਲਣ ਦੇ ਲਈ ਤੁਹਾਨੂੰ ਲੈ ਕੇ ਜਾਵੇ, ਤੁਹਾਡੇ ਲਈ ਪ੍ਰਾਰਥਨਾਵਾਂ ਕਰੇ, ਤੁਹਾਡਾ ਮਖੌਲ ਨਾ ਬਣਾਵੇ, ਪਰ ਤੁਹਾਨੂੰ ਉਸ ਵਿਪਤਾ ਵਿੱਚੋਂ ਨਿਕਲਣ ਦੇ ਲਈ ਸਹੀ ਸਲਾਹ ਦੇਵੇ। ਔਰ ਕੀ ਕਹਿੰਦਾ? ਇੱਕ ਦੂਜੇ ਲਈ ਪ੍ਰਾਰਥਨਾ ਕਰਿਆ ਕਰੋ। ਉਸ ਭੈਣ ਭਾਈ ਕੋਲੇ ਆਪਣਾ ਦੁੱਖ ਸੁੱਖ ਕਰੋ ਜਿਹੜਾ ਤੁਹਾਡਾ ਮਖੌਲ ਨਾ ਉਡਾਵੇ, ਤੁਹਾਡੀ ਗੱਲ ਇੱਥੋਂ ਉੱਥੇ ਨਾ ਕਰੇ, ਪਰ ਤੁਹਾਡੇ ਲਈ ਪ੍ਰਾਰਥਨਾ ਕਰੇ। ਹਰ ਵਚਨ ਕਹਿੰਦਾ ਧਰਮੀ ਮਨੁੱਖ ਦੀ ਪ੍ਰਾਰਥਨਾ ਦਾ ਬਹੁਤਾ ਅਸਰ ਹੁੰਦਾ। ਹੁਣ ਇਹਨਾਂ ਦੋਨਾਂ ਗੱਲਾਂ ਨੇ ਸਾਨੂੰ ਦੱਸਤਾ ਵੀ ਗੱਲ ਅਸੀਂ ਕਿਹਦੇ ਕੋਲੇ ਕਰਨੀ ਆ, ਆਪਣੇ ਪਾਪਾਂ ਦਾ ਇਕਰਾਰ ਕਿਹਦੇ ਕੋਲੇ ਕਰਨਾ, ਆਪਣੇ ਦੁੱਖ ਨੂੰ, ਆਪਣੇ ਸੁੱਖ ਨੂੰ ਕਿਹਦੇ ਕੋਲੇ ਦੱਸਣਾ। ਇੱਕ ਤਾਂ ਉਹਦੇ ਕੋਲੇ ਜਿਹੜਾ ਸਾਡੇ ਲਈ ਮਜ਼ਾਕ ਨਾ ਉਡਾਵੇ, ਸਾਡੇ ਲਈ ਦੁਆ ਕਰੇ, ਔਰ ਇੱਕ ਉਹਦੇ ਕੋਲੇ ਜਿਹੜਾ ਧਰਮੀ ਹੋਏਗਾ। ਈਵਨ ਜਿਹੜਾ ਧਰਮੀ ਹੋਏਗਾ ਉਹੀ ਪ੍ਰਾਰਥਨਾ ਕਰੇਗਾ। ਤਾਂ ਕੁੱਲ ਮਿਲਾ ਕੇ ਜਿਹੜਾ ਤੁਹਾਨੂੰ ਲੱਗਦਾ ਵੀ ਤੁਹਾਡਾ ਮਖੌਲ ਉਡਾਵੇਗਾ, ਉਹਨੇ ਪ੍ਰਾਰਥਨਾ ਤਾਂ ਕੀ ਕਰਨੀ, ਉਹ 10 ਘਰਾਂ 'ਚ ਜਾ ਕੇ ਤੁਹਾਡੀ ਗੱਲ ਕਰ ਦੇਗਾ, ਉਹਦੇ ਕੋਲੇ ਨਾ ਕਰੋ। ਪਰ ਜਿਹੜਾ ਤੁਹਾਡੇ ਲਈ ਦੁਆ ਕਰੇ, ਤੁਹਾਨੂੰ ਉਸ ਮੁਸ਼ਕਿਲ ਵਿੱਚੋਂ ਨਿਕਲਣ ਦੇ ਵਿੱਚ ਮਦਦ ਕਰੇ, ਜਿਹੜਾ ਧਰਮੀ ਹੋਵੇ ਉਹਦੇ ਕੋਲੇ ਜਾਓ ਅਤੇ ਉਹ ਪ੍ਰਾਰਥਨਾ ਕਰੇਗਾ। ਕਿਉਂਕਿ ਜਿਹੜਾ ਪੂਰਾ ਮਨ ਤਨ ਤੋਂ ਧਰਮੀ ਆ, ਆਤਮਾ ਰੂਹ ਜਿਸਮ ਜਾਨ ਤੋਂ ਧਰਮੀ ਆ, ਉਹ ਤੁਹਾਡੇ ਲਈ ਪ੍ਰਾਰਥਨਾ ਕਰੇ ਤਾਂ ਉਹਦੀ ਪ੍ਰਾਰਥਨਾ ਬਹੁਤ ਅਸਰ ਲੈ ਕੇ ਆਵੇਗੀ। ਜਿੱਦਾਂ ਏਲੀਆ ਦੀ ਸੀ, ਕਹਿੰਦਾ ਏਲੀਆ ਵੀ ਸਾਡੇ ਵਰਗਾ ਦੁੱਖ ਸੁੱਖ ਭੋਗਣ ਵਾਲਾ ਮਨੁੱਖ ਸੀ। ਉਹਦੀ ਜ਼ਿੰਦਗੀ 'ਚ ਚਿੰਤਾ ਪਰੇਸ਼ਾਨੀ ਦੁੱਖ ਬਿਮਾਰੀਆਂ ਹੈਗੀਆਂ ਸੀ, ਪਰ ਕਹਿੰਦਾ ਉਹਨੇ ਤਨੋਂ ਮਨੋਂ ਲਾ ਕੇ ਪ੍ਰਾਰਥਨਾ ਕੀਤੀ ਸੀ ਵੀ ਮੀਂਹ ਨਾ ਪਵੇ। ਤਾਂ 3.5 ਸਾਲਾਂ ਤੱਕ ਧਰਤੀ ਉੱਤੇ ਮੀਂਹ ਨਹੀਂ ਸੀ ਪਿਆ। ਅਤੇ ਜਦੋਂ ਉਹਨੇ ਦੁਆ ਕੀਤੀ ਕਿ ਪਰਮੇਸ਼ਰ ਮੀਂਹ ਪੈ ਜਾਵੇ, ਉਦੋਂ ਹੀ ਪਿਆ, ਉਦੋਂ ਪਹਿਲਾਂ ਨਹੀਂ ਪਿਆ, ਕਿਉਂਕਿ ਉਹਦੀ ਵਿਸ਼ਵਾਸ ਦੀ ਪ੍ਰਾਰਥਨਾ ਸੀ। ਔਰ ਉਹਨੇ ਕਿਹਾ ਸੀ ਪਰਮੇਸ਼ਰ ਮੈਨੂੰ ਵਿਸ਼ਵਾਸ ਆ ਜੋ ਤੂੰ ਮੇਰੀ ਸੁਣਦਾ ਆ, ਤੇ ਅੱਜ ਤੂੰ ਇਹਨਾਂ ਲੋਕਾਂ ਨੂੰ ਵੀ ਦਿਖਾ ਦੇ ਵੀ ਹਾਂ ਮੈਂ ਵਿਸ਼ਵਾਸ ਨਾਲ ਜੋ ਤੈਨੂੰ ਕਹਿਣਾ ਤੂੰ ਮੇਰੀ ਗੱਲ ਦਾ ਉੱਤਰ ਜ਼ਰੂਰ ਦਿੰਦਾ ਆ। ਤਾਂ ਪਰਮੇਸ਼ਰ ਨੇ ਵੀ ਉਹਦੀ ਸੁਣੀ ਅਤੇ ਜਿਹਾ ਉਹਨੇ ਕੀਤਾ ਤਿਹਾ ਹੀ ਹੋਇਆ।
ਜੋ ਉਹਨੇ ਬੋਲਿਆ ਉਵੇਂ ਹੀ ਹੋਇਆ, ਮੀਂਹ ਨਹੀਂ ਪਿਆ। ਇਸ ਲਈ ਉਸ ਭੈਣ ਭਾਈ ਕੋਲੇ ਕਰੋ ਜਿਹੜਾ ਅਜਿਹੇ ਰੂਹ ਜਿਸਮ ਜਾਨ ਦੇ ਨਾਲ ਤੁਹਾਡੇ ਲਈ ਦੁਆ ਕਰੇ ਜਿੱਦਾਂ ਏਲੀਆ ਨੇ ਕੀਤੀ, ਅਤੇ ਜਿੱਦਾਂ ਏਲੀਆ ਨੇ 3.5 ਸਾਲ ਬਾਰਿਸ਼ ਨੂੰ ਰੋਕੀ ਰੱਖਿਆ, ਉੱਦਾਂ ਉਹ ਹਰ ਇੱਕ ਭੈਣ ਭਾਈ ਤੁਹਾਨੂੰ ਪਾਪ ਵੱਲੋਂ ਰੋਕਣ ਵਿੱਚ ਕਾਮਯਾਬ ਹੋ ਜਾਵੇ, ਤੁਹਾਡੀਆਂ ਬਿਮਾਰੀਆਂ ਨੂੰ ਦੂਰ ਕਰਨ 'ਚ ਕਾਮਯਾਬ ਹੋਵੇ, ਜਿਹੜਾ ਤੁਹਾਡਾ ਮਖੌਲ ਨਾ ਉਡਾਵੇ ਪਰ ਤੁਹਾਡੇ ਲਈ ਦੁਆ ਕਰਨ ਵਾਲਾ ਹੋਵੇ। ਉਸ ਹਰ ਇੱਕ ਭੈਣ ਭਾਈ ਦੇ ਕੋਲ ਆਪਣੇ ਦੁੱਖ ਨੂੰ ਕਰੋ, ਤੁਸੀਂ ਉਹਦੇ ਲਈ ਦੁਆ ਕਰੋ, ਉਹ ਤੁਹਾਡੇ ਲਈ ਕਰੇਗਾ। ਔਰ ਇਹੀ ਪਰਮੇਸ਼ਰ ਦੀ ਨਿਗਾਹ ਦੇ ਵਿੱਚ ਸੱਚਾ ਪ੍ਰੇਮ, ਸਗੋਂ ਪ੍ਰਪਨ ਦਾ ਪ੍ਰੇਮ ਆ, ਜਿਹਦੇ ਵਿੱਚ ਬਣੇ ਰਹਿਣ ਦੇ ਲਈ ਸਾਡਾ ਪਰਮੇਸ਼ਰ ਸਾਨੂੰ ਹੁਕਮ ਦਿੰਦਾ ਆ। ਹਾਲੇਲੂਇਆ। ਨੈਕਸਟ ਵਚਨ 'ਚੋਂ ਦੇਖਾਂਗੇ ਯਾਕੂਬ 5:19 ਔਰ 20 ਨੰਬਰ ਆਇਤ ਨੂੰ। ਹੇ ਮੇਰੇ ਭਰਾਵੋ, ਜੇ ਕੋਈ ਤੁਹਾਡੇ ਵਿੱਚੋਂ ਸੱਚਾਈ ਦੇ ਰਾਹ ਤੋਂ ਭਟਕ ਜਾਵੇ ਅਤੇ ਕੋਈ ਉਸ ਨੂੰ ਮੋੜ ਲਿਆਵੇ, ਤਾਂ ਉਹ ਜਾਣ ਲਵੇ ਕਿ ਇੱਕ ਪਾਪੀ ਨੂੰ ਉਹਦੇ ਬੁਰੇ ਰਾਹ ਤੋਂ ਮੋੜ ਲਿਆਵੇ, ਉਹ ਇੱਕ ਜਾਨ ਨੂੰ ਮੌਤ ਤੋਂ ਬਚਾਵੇਗਾ ਅਤੇ ਬਹੁਤਿਆਂ ਪਾਪਾਂ ਨੂੰ ਢੱਕ ਦੇਵੇਗਾ। ਹਾਲੇਲੂਇਆ। ਪ੍ਰਭੂ ਦਾ ਵਚਨ ਸਾਨੂੰ ਕੀ ਕਹਿੰਦਾ ਕਿ ਹੇ ਮੇਰੇ ਭਰਾਵੋ, ਜੇ ਕੋਈ ਤੁਹਾਡੇ ਵਿੱਚੋਂ ਸੱਚਾਈ ਦੇ ਰਾਹ ਤੋਂ ਭਟਕ ਜਾਵੇ ਤਾਂ ਉਸ ਨੂੰ ਮੋੜ ਲਿਆਵੋ। ਕੋਈ ਕਹਿੰਦਾ ਮੋੜ ਲਿਆਵੇ, ਕੋਈ ਕੌਣ ਆ? ਅਸੀਂ ਕੋਈ ਆ। ਵਚਨ ਕਹਿੰਦਾ ਤੇ ਕੋਈ ਉਸ ਨੂੰ ਮੋੜ ਲਿਆਵੇ। ਕੌਣ ਮੋੜ ਕੇ ਲਿਆਵੇਗਾ? ਹੁਣ ਕੋਈ ਆਕਾਸ਼ ਤੋਂ ਤਾਂ ਡਿੱਗਣ ਨਹੀਂ ਵਾਲਾ, ਸਾਡੇ ਵਿੱਚੋਂ ਹੀ ਕੋਈ ਆ ਔਰ ਅਸੀਂ ਹੀ ਕੋਈ ਆ। ਅਸੀਂ ਹਰ ਇੱਕ ਭੈਣ ਭਾਈ ਦਾ ਇਹ ਫਰਜ਼ ਆ ਕਿ ਅਗਰ ਕੋਈ ਪਾਪ 'ਚ ਡਿੱਗ ਰਿਹਾ, ਉਹਦਾ ਮਖੌਲ ਉਡਾਉਣ ਨਾਲੋਂ ਚੰਗਾ, ਉਹਦੀ ਗੱਲ ਦਸਾਂ ਘਰਾਂ ਵਿੱਚ ਫੈਲਾਉਣ ਨਾਲੋਂ ਚੰਗਾ ਉਹਦੇ ਲਈ ਖੁਦਾ ਅੱਗੇ ਦੁਹਾਈ ਦਿਓ। ਕਿਉਂਕਿ ਜੇ ਸਾਡੀ ਚਾਲ ਵੀ ਸੰਸਾਰਿਕ ਲੋਕਾਂ ਵਰਗੀ ਹੋਈ, ਅਸੀਂ ਗੱਲ ਨੂੰ ਵਧਾਉਣ ਵਾਲੇ, ਫੈਲਾਉਣ ਵਾਲੇ, ਪਰ ਲੋਕਾਂ ਦੇ ਉੱਤੇ ਤੁਹਮਤਾਂ ਲਾਉਣ ਵਾਲੇ, ਲੋਕਾਂ ਦੀ ਗੱਲਾਂ ਨੂੰ ਫੈਲਾਉਣ ਵਾਲੇ ਹੋ ਗਏ, ਅਸੀਂ ਦੁਆ ਕਰਨ ਵਾਲੇ ਨਾ ਹੋਏ, ਤਾਂ ਅਸੀਂ ਕਾਹਦੇ ਪ੍ਰਭੂ ਦੇ ਹੋਏ? ਕਿਉਂਕਿ ਪਰਮੇਸ਼ਰ ਵੀ ਬਹੁਤਿਆਂ ਨੂੰ ਜਾਣਦਾ ਸੀ ਜਿਹੜੇ ਪਾਪ 'ਚ ਸੀ। ਉਸ ਵੇਸਵਾ ਔਰਤ ਨੂੰ ਜਿਹਦੇ ਤੇ ਪੱਥਰ ਵੱਜ ਰਹੇ ਸੀ, ਪਰਮੇਸ਼ਰ ਜਾਣਦਾ ਸੀ ਕਿ ਉਹ ਗੁਨਹਗਾਰ ਆ, ਪਰ ਉਹਨੇ ਉਹਦੀ ਗੱਲ ਨੂੰ ਫੈਲਾਇਆ ਨਹੀਂ, ਪਰ ਉਹਦਾ ਸਾਥ ਦਿੱਤਾ। ਉਹਦਾ ਸਾਥ ਉਹਨੇ ਵਿਚਾਰ ਕਰਨ 'ਚ ਨਹੀਂ ਦਿੱਤਾ, ਪਰ ਉਹਦੀ ਤੌਬਾ ਕਰਨ ਦੇ ਵਿੱਚ, ਉਹਨੂੰ ਗਲਤ ਰਾਹ ਤੋਂ ਮੋੜਨ ਦੇ ਵਿੱਚ ਉਹਦਾ ਸਾਥ ਦਿੱਤਾ ਕਿ ਕੋਈ ਉਹਦੇ ਤੇ ਪਥਰਾਵ ਨਾ ਕਰੇ, ਤਾਂ ਕਿ ਉਹ ਪਥਰਾਵ ਦੇ ਨਾਲ ਮਰ ਨਾ ਜਾਵੇ। ਅਗਰ ਇੱਕ ਪਾਪੀ ਦੇ ਲਈ ਮੌਤ ਹੀ ਸਭ ਕੁਝ ਹੁੰਦੀ, ਤਾਂ ਸਾਰੀ ਦੁਨੀਆ ਨੂੰ ਯਿਸੂ ਮਸੀਹ ਮੌਤ ਤੋਂ ਬਚਾਉਣ ਨਾ ਆਉਂਦੇ। ਅਸੀਂ ਕਹਿੰਦੇ ਕਿ ਪਾਪੀ ਨੂੰ ਮੌਤ ਦੀ ਸਜ਼ਾ ਦਿਓ, ਇਹ ਸੰਸਾਰ ਦਾ ਨਿਯਮ ਆ, ਇਹ ਸੰਸਾਰਿਕ ਲੋਕਾਂ ਦੇ ਰੂਲ ਆ ਕਿ ਜਿਹੜਾ ਪਾਪੀ ਉਹਨੂੰ ਫਾਂਸੀ ਤੇ ਚੜਾ ਦਿਓ, ਜਿਹੜਾ ਪਾਪੀ ਆ ਉਹਨੂੰ ਸਜ਼ਾ ਦਿਓ। ਪਰ ਸਾਡੇ ਪਰਮੇਸ਼ਰ ਦਾ ਇਹ ਨਿਯਮ ਨਹੀਂ ਆ ਕਿ ਪਾਪੀ ਨੂੰ ਸਜ਼ਾ ਹੀ ਦਿੱਤੀ ਜਾਵੇ, ਪਾਪੀ ਨੂੰ ਫਾਂਸੀ ਤੇ ਹੀ ਲਟਕਾਇਆ ਜਾਵੇ, ਪਾਪੀ ਨੂੰ ਮੌਤ ਹੀ ਮਿਲੇ, ਕਿਉਂਕਿ ਪਰਮੇਸ਼ਰ ਨਹੀਂ ਚਾਹੁੰਦਾ ਕਿ ਕੋਈ ਪਾਪ ਦੇ ਵਿੱਚ ਮਰ ਜਾਵੇ। ਕਿਉਂਕਿ ਜਿਹੜਾ ਇੱਕ ਵਾਰੀ ਪਾਪ 'ਚ ਮਰ ਗਿਆ, ਉਹਨੂੰ ਪਾਪ ਦੀ ਸਜ਼ਾ ਅੰਤ ਦੇ ਵੇਲੇ ਮਿਲੇਗੀ। ਅਤੇ ਖੁਦਾ ਕਹਿੰਦਾ ਕਿ ਜਿਨ੍ਹਾਂ ਨੇ ਕੋਈ ਪਾਪ, ਗੁਨਾਹ, ਗਲਤੀਆਂ, ਅਪਰਾਧ ਕੀਤੇ ਆ, ਤੁਸੀਂ ਉਹਨੂੰ ਉਸ ਪਾਪ ਦੇ ਰਾਹ ਦੇ ਵਿੱਚੋਂ ਮੋੜ ਲਿਆਓ। ਜਿਹੜਾ ਪਰਮੇਸ਼ਰ ਦੇ ਰਾਹ ਤੋਂ ਅਤੇ ਸੱਚਾਈ ਦੇ ਰਾਹ ਤੋਂ ਭਟਕ ਗਿਆ ਆ, ਤੁਸੀਂ ਉਹਨੂੰ ਮੋੜ ਲਿਆਓ, ਕਿਉਂਕਿ ਜਿਉਂਦੀ ਜਾਣ ਤੇ ਉਹਦੇ ਕੋਲੇ ਮੌਕਾ ਆ ਕਿ ਉਸ ਪਾਪ ਤੋਂ ਮੁੜੇ, ਉਹ ਤੌਬਾ ਕਰ ਲਵੇ ਅਤੇ ਆਪਣੀ ਜ਼ਿੰਦਗੀ ਨੂੰ ਫਿਰ ਤੋਂ ਸੱਚਾਈ ਦੇ ਰਾਹ ਤੇ ਲੈ ਆਵੇ। ਕਹਿੰਦਾ ਜਿਹੜਾ ਉਹਨੂੰ ਸੱਚਾਈ ਦੇ ਰਾਹ ਤੋਂ ਮੋੜ ਲਿਆਵੇਗਾ, ਜਿਹੜਾ ਉਹਨੂੰ ਪਾਪ ਤੋਂ ਅਤੇ ਬੁਰੇ ਰਾਹਾਂ ਤੋਂ ਮੋੜ ਲਿਆਵੇਗਾ, ਕਹਿੰਦਾ ਉਹ ਇੱਕ ਜਾਨ ਨੂੰ ਮੌਤ ਤੋਂ ਬਚਾਵੇਗਾ। ਹਾਲੇਲੂਇਆ। ਸੰਸਾਰਿਕ ਲੋਕ ਕੀ ਕਹਿੰਦੇ ਕਿ ਜਿਹੜਾ ਪਾਪੀ ਨੂੰ ਬਚਾਉਂਦਾ ਆ ਉਹ ਡਬਲ ਪਾਪੀ ਆ, ਪਰ ਜੇ ਅਜਿਹਾ ਹੁੰਦਾ ਤਾਂ ਯਿਸੂ ਮਸੀਹ ਸਭ ਤੋਂ ਵੱਡੇ ਪਾਪੀ ਹੋਣੇ ਸੀ, ਕਿਉਂਕਿ ਉਹਨੇ ਪੂਰੇ ਸੰਸਾਰ ਨੂੰ ਪਾਪ ਤੋਂ ਬਚਾ ਲਿਆ। ਹਾਲੇਲੂਇਆ। ਉਹਨੇ ਸਾਡੇ ਸਾਰਿਆਂ ਦੇ ਪਾਪਾਂ ਦੀ ਸਜ਼ਾ ਖੁਦ ਲੈ ਲਈ ਅਤੇ ਸਾਨੂੰ ਪਾਪ ਤੋਂ ਬਚਾ ਲਿਆ, ਤਾਂ ਜੋ ਅਸੀਂ ਸਦਾ ਦੀ ਮੌਤ ਦੇ ਲਈ ਤਿਆਰ ਨਾ ਕੀਤੇ ਜਾਈਏ। ਹੁਣ ਬੇਸ਼ੱਕ ਅਸੀਂ ਪਾਪੀ ਨੂੰ ਇੱਕ ਵਾਰੀ ਬਚਾ ਲਈਏ, ਅਸੀਂ ਉਹਦੀ ਜਾਨ ਨੂੰ ਨਾਸ਼ ਹੋਣ ਤੋਂ, ਪਰ ਇਹ ਨਹੀਂ ਹੈ ਕਿ ਉਹ ਧਰਤੀ ਤੇ ਅਮਰ ਹੋ ਜਾਏਗਾ। ਜਿਹੜਾ ਧਰਮੀ ਆ ਉਹ ਜਾਣਦਾ ਆ ਕਿ ਪਾਪੀ ਨੂੰ ਮੌਤ ਤੋਂ ਬਚਾਉਣ ਦਾ ਮਤਲਬ ਕੀ ਆ। ਜੇ ਇੱਕ ਪਾਪੀ ਪਾਪ ਦੇ ਵਿੱਚ ਮਰ ਗਿਆ ਤਾਂ ਉਹ ਦੁਬਾਰਾ ਫਿਰ ਇੱਕ ਮੌਤ ਮਰੇਗਾ, ਜਿਹੜੀ ਅੰਤ ਦੇ ਵੇਲੇ ਨਿਆਂ ਤੋਂ ਬਾਅਦ ਉਹਨੂੰ ਮਿਲੇਗੀ। ਅਤੇ ਜਦੋਂ ਅਸੀਂ ਇੱਕ ਪਾਪੀ ਨੂੰ ਪਾਪ ਤੋਂ ਮੋੜ ਕੇ ਤੌਬਾ ਕਰਵਾ ਦਿੰਦੇ ਹਾਂ, ਤੌਬਾ ਤੋਂ ਬਾਅਦ ਉਹ ਖਰੀ ਚਾਲ ਚੱਲਣ ਲੱਗ ਜਾਂਦਾ, ਪਰਮੇਸ਼ਰ ਦੇ ਕੰਮ ਕਰਨ ਜਾਣ ਲੱਗ ਜਾਂਦਾ, ਤਾਂ ਅੰਤ ਤੋਂ ਬਾਅਦ, ਨਿਆਂ ਤੋਂ ਬਾਅਦ ਮਿਲਣ ਵਾਲੀ ਮੌਤ ਸੀ ਜਿਹੜੀ, ਉਹਦੇ ਤੋਂ ਉਹ ਬਚ ਜਾਵੇਗਾ ਤੇ ਬਹੁਤ ਵੱਡੀ ਅਚੀਵਮੈਂਟ ਹੋਏਗੀ ਸਾਡੇ ਲਈ, ਕਿਉਂਕਿ ਸਦਾ ਦੀ ਮੌਤ ਬਹੁਤ ਜ਼ਿਆਦਾ ਦਰਦਨਾਕ ਆ। ਔਰ ਅਗਰ ਅਸੀਂ ਕਿਸੇ ਇੱਕ ਇਨਸਾਨ ਨੂੰ ਸਦਾ ਦੀ ਮੌਤ ਤੋਂ ਬਚਾ ਲਿਆ ਤਾਂ ਸੱਚੀ ਬਹੁਤ ਵਧੀਆ ਕੰਮ ਕੀਤਾ। ਅਤੇ ਕਹਿੰਦਾ ਉਹਨੇ ਬਹੁਤ
ਬਹੁਤਿਆਂ ਪਾਪਾਂ ਨੂੰ ਢੱਕ ਦਿੱਤਾ। ਉਹਦੇ ਵੀ ਬਹੁਤੇ ਪਾਪ ਢੱਕ ਦਿੱਤੇ ਜਾਣਗੇ। ਉਹਨੂੰ ਬਿਨਾਂ ਮੰਗੇ ਬਹੁਤੇ ਪਾਪਾਂ ਤੋਂ ਮਾਫੀ ਮਿਲ ਜਾਏਗੀ ਜਿਹੜਾ ਕਿਸੇ ਹੋਰ ਨੂੰ ਪਾਪ ਦੇ ਵਿੱਚੋਂ ਕੱਢ ਲਿਆ। ਤਾਂ ਜਿੱਦਾਂ ਮਸੀਹ ਨੇ ਸਾਰੇ ਸੰਸਾਰ ਨੂੰ ਪਾਪ ਚੋਂ ਕੱਢਿਆ, ਸਾਡਾ ਵੀ ਇਹੀ ਫਰਜ਼ ਆ ਕਿ ਅਸੀਂ ਵੀ ਬਹੁਤਿਆਂ ਨੂੰ ਪਾਪ ਦੇ ਰਾਹ ਤੋਂ ਮੋੜ ਲਿਆਈਏ। ਤਾਂ ਉਹਦੇ ਲਈ ਸਾਨੂੰ ਇਹ ਸਾਰੇ ਕੰਮ ਕਰਨੇ ਪੈਣਗੇ ਜੋ ਅੱਜ ਦਾ ਵਚਨ ਸਾਨੂੰ ਦੱਸਦਾ ਆ। ਸਭ ਤੋਂ ਪਹਿਲਾਂ ਦੁੱਖ ਦੀ ਘੜੀ ਦੇ ਵਿੱਚ ਆਪਣੇ ਆਪ ਦੇ ਲਈ ਖੁਦ ਪ੍ਰਾਰਥਨਾ ਕਰੋ। ਦੂਸਰਾ, ਆਨੰਦ ਹੁੰਦੇ ਹੋਏ ਭਜਨ ਗਾਓ, ਪ੍ਰਾਰਥਨਾਵਾਂ ਕਰੋ, ਮਹਿਮਾ ਕਰੋ ਪਰਮੇਸ਼ਰ ਦੀ। ਤੀਸਰਾ, ਕਿ ਕਲੀਸਿਆ ਦੇ ਬਜ਼ੁਰਗਾਂ ਨੂੰ ਬੁਲਾਵੋ, ਉਹ ਪਰਮੇਸ਼ਰ ਦੇ ਨਾਮ ਤੇ ਰੋਗੀਆਂ ਲਈ ਦੁਆਵਾਂ ਕਰਨ। ਜਦੋਂ ਕੋਈ ਰੋਗੀ ਆ, ਕੋਈ ਪਰੇਸ਼ਾਨ ਆ, ਜੇ ਉਹਦਾ ਮਸਲਾ ਸਾਡੇ ਹੱਥ ਤੋਂ ਬਾਹਰ ਜਾ ਰਿਹਾ ਤਾਂ ਬੁਲਾਓ ਉਹਨਾਂ ਦਾਸਾਂ ਨੂੰ ਜੋ ਉਹਦੇ ਲਈ ਦੁਆ ਕਰ ਸਕਣ, ਕਿਉਂਕਿ ਵਿਸ਼ਵਾਸ ਦੀ ਪ੍ਰਾਰਥਨਾ ਕੀ ਕਰਦੀ ਆ, ਰੋਗੀਆਂ ਨੂੰ ਚੰਗਾ ਕਰ ਦਿੰਦੀ ਆ ਤੇ ਪਰਮੇਸ਼ਰ ਉਹਨੂੰ ਖੜਾ ਕਰਦਾ ਆ। ਔਰ ਚੌਥਾ ਨੰਬਰ ਕੀ ਆ ਕਿ ਆਪਣੇ ਗਲਤੀਆਂ ਗੁਨਾਹਾਂ ਨੂੰ ਛੁਪਾਉਣਾ ਨਹੀਂ, ਧਰਮੀਆਂ ਦੇ ਅੱਗੇ ਮੰਨੋ ਜਿਹੜੇ ਤੁਹਾਡੇ ਲਈ ਦੁਆ ਕਰ ਸਕਦੇ, ਉਹਦੇ ਅੱਗੇ ਸਾਰਾ ਕੁਝ ਮੰਨ ਲਓ ਅਤੇ ਉਹਨੂੰ ਕਹੋ ਕਿ ਮੇਰੇ ਲਈ ਦੁਆ ਕਰੇ। ਜਦੋਂ ਉਸ ਧਰਮੀ ਨੇ ਤੁਹਾਡੇ ਲਈ ਦੁਆ ਕੀਤੀ ਤਾਂ ਤੁਸੀਂ ਉਸ ਪਾਪ ਤੋਂ ਬਚ ਜਾਓਗੇ ਅਤੇ ਜਦੋਂ ਤੁਸੀਂ ਪਾਪ ਵਾਲੀ ਜ਼ਿੰਦਗੀ ਚੋਂ ਬਚ ਕੇ ਨਿਕਲ ਆਏ ਤਾਂ ਤੁਸੀਂ ਪੰਜਵੇਂ ਨੰਬਰ ਤੇ ਕੀ ਕੋਸ਼ਿਸ਼ ਕਰਨੀ ਆ ਕਿ ਤੁਸੀਂ ਆਪ ਤਾਂ ਮੋੜਾ ਆ ਤੇ ਬਾਕੀ ਬਾਅਦ ਚ ਜਿਹੜੇ ਪਾਪ ਚ ਰਹਿ ਗਏ ਆ ਉਹਨਾਂ ਸਾਰਿਆਂ ਨੂੰ ਵੀ ਮੋੜ ਲਿਆਓ, ਕਿਉਂਕਿ ਸਦਾ ਦੀ ਮੌਤ ਬਹੁਤ ਭਿਅੰਕਰ ਆ। ਇਸ ਧਰਤੀ ਦੀ ਮੌਤ ਤੋਂ ਕੋਈ ਕਿਸੇ ਨੂੰ ਬੁਲਾ ਲਵੇ ਨਾ ਤਾਂ ਲੋਕ ਕਹਿੰਦੇ ਕਿ ਇਹਨੇ ਬੜਾ ਚੰਗਾ ਕੰਮ ਕੀਤਾ, ਤੇ ਉਸ ਤੋਂ ਕਿਤੇ 1000 ਗੁਣਾ ਚੰਗਾ ਕੰਮ ਹੋਏਗਾ ਜੇ ਅਸੀਂ ਕਿਸੇ ਨੂੰ ਉਸ ਸਦਾ ਦੀ ਮੌਤ ਤੋਂ ਬਚਾ ਲਾਂਗੇ, ਕਿਉਂਕਿ ਉਹ ਸਦਾ ਦੀ ਮੌਤ ਬਹੁਤ ਜ਼ਿਆਦਾ ਦਰਦਨਾਕ ਮੌਤ ਆ ਅਤੇ ਉਹ ਮੌਤ ਸਦਾ ਦੀ ਆ। ਇਹ ਗੱਲ ਸਮਝ ਲਓ ਕਿ ਇੱਕ ਪਲ ਦੀ ਨਹੀਂ। ਧਰਤੀ ਦੀ ਮੌਤ ਵਿੱਚ ਤਾਂ ਹੋ ਸਕਦਾ ਬੰਦਾ ਮਹੀਨਾ ਪਹਿਲਾਂ ਬਿਮਾਰ ਹੋ ਜਾਵੇ, 6 ਮਹੀਨੇ ਪਹਿਲਾਂ ਬਿਮਾਰ ਹੋ ਜਾਵੇ ਤੇ ਉਦੋਂ ਬਾਅਦ ਮਰੇ, ਕੁਛ ਤਾਂ ਪਲਕ ਝਪਕਦੇ ਹੀ ਕਹਾਣੀ ਖਤਮ ਹੋ ਜਾਂਦੀ ਆ। ਪਰ ਜਿਹੜੀ ਸਦਾ ਦੀ ਮੌਤ ਹੈ ਉਹ ਸਦੀਆਂ ਦੀ ਮੌਤ ਆ। ਸਦੀਆਂ ਦੇ ਵਿੱਚ ਕਿੰਨੇ 1000 ਸਾਲ ਆ ਜਾਂਦੇ ਆ ਤੇ ਕਿੰਨੇ 1000 ਸਾਲ ਅਸੀਂ ਅੱਗ ਵਿੱਚ ਸੜਨਾ, ਤਾਂ ਉਹ ਮੌਤ ਕਿੰਨੀ ਦਰਦਨਾਕ ਹੈ। ਤੇ ਸੱਚਮੁੱਚ ਧੰਨ ਉਹ ਲੋਕ ਹੋਣਗੇ ਜਿਹੜੇ ਦੂਜਿਆਂ ਨੂੰ ਉਸ ਸਦਾ ਦੀ ਮੌਤ ਵਿੱਚੋਂ ਕੱਢ ਲਿਆਉਣਗੇ, ਜਿਹੜੇ ਦੂਜਿਆਂ ਦੇ ਪਾਪਾਂ ਦੀ ਤੌਬਾ ਦੇ ਲਈ ਦੁਆ ਕਰਨਗੇ, ਉਹਨਾਂ ਦੇ ਬਹੁਤੇ ਪਾਪ ਢੱਕ ਲਏ ਜਾਣਗੇ ਅਤੇ ਜਿਹੜੇ ਦੂਸਰੇ ਨੂੰ ਸਦਾ ਦੀ ਮੌਤ ਤੋਂ ਬਚਾਉਣਗੇ ਉਹ ਖੁਦ ਵੀ ਉਸ ਮੌਤ ਤੋਂ ਬਚਾ ਲਏ ਜਾਣਗੇ। ਹਾਲੇਲੂਇਆ। ਤਾਂ ਉਸ ਦਿਨ ਵਚਨਾਂ ਦੇ ਦੁਆਰਾ ਇੱਕ ਦੂਜੇ ਦੇ ਨਾਲ ਮਿਲ ਕੇ ਇੱਕ ਦੂਜੇ ਦੇ ਲਈ ਖੁਦਾਵੰਦ ਦੀ ਹਜ਼ੂਰੀ ਦੇ ਵਿੱਚ ਪ੍ਰਾਰਥਨਾ ਕਰਾਂਗੇ। ਹਾਲੇਲੂਇਆ, 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 ਹਾਲੇਲੂਇਆ। ਧੰਨਵਾਦ, 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 ਧੰਨਵਾਦ ਕਰਦੇ ਮਹਾਨ ਪਿਤਾ ਪਰਮੇਸ਼ਰ, ਸੈਨਾ ਦੇ ਪ੍ਰਭੂ ਯਹੋਵਾ, ਤੁਹਾਡੀ ਪਵਿੱਤਰ ਹਜ਼ੂਰੀ ਅੱਗੇ ਝੁਕਦੇ ਪਿਤਾ ਪਰਮੇਸ਼ਰ, ਤੁਹਾਡੇ ਨਾਮ ਨੂੰ ਮਹਿਮਾ ਤੇ ਵਡਿਆਈ ਦਿੰਦੇ ਹੈ ਪ੍ਰਭੂ ਜੀ। ਅੱਜ ਦੀ ਸਵੇਰ ਦੇ ਲਈ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਖੁਦਾਵੰਦ। ਅੱਜ ਦਾ ਖਾਸ ਦਿਨ, ਇੱਕ ਅਨਮੋਲ ਸਮਾਂ ਸਾਡੀ ਜ਼ਿੰਦਗੀ 'ਚ ਲੈ ਕੇ ਆਂਦਾ ਪਿਤਾ ਪਰਮੇਸ਼ਰ। ਰਾਤ ਭਰ ਦੇ ਵਿੱਚ ਤੁਸੀਂ ਸਾਨੂੰ ਸੰਭਾਲਿਆ ਪ੍ਰਭੂ ਜੀ, ਮਿੱਠੀ ਪਿਆਰੀ ਨੀਂਦ ਦਿੱਤੀ ਖੁਦਾਵੰਦ। ਤੁਹਾਡੇ ਦੂਤਾਂ ਨੇ ਸਾਡੀ ਰਕਸ਼ਾ ਹਿਫਾਜ਼ਤ ਕੀਤੀ। ਤੁਸੀਂ ਸੱਚਮੁੱਚ ਸਾਨੂੰ ਅੱਜ ਦੇ ਨਵੇਂ ਦਿਨ ਦੇ ਨਾਲ ਬਖਸ਼ਿਆ ਪਿਤਾ। ਸੱਚਮੁੱਚ ਤੁਸੀਂ ਵਚਨ ਦੇ ਵਿੱਚ ਹੈ ਕਿ ਤੁਸੀਂ ਆਪਣੇ ਭਲੇ ਚੰਗੇ ਕਰਮਾਂ ਨਾਲ ਨਹੀਂ ਪਰ ਪਰਮੇਸ਼ਰ ਦੀ ਕਿਰਪਾ ਦੇ ਨਾਲ ਬਚਾਏ ਗਏ ਆ। ਖੁਦਾਵੰਦ ਦਿਲ ਤੋਂ ਧੰਨਵਾਦ ਕਰਦੇ ਹਾਂ ਜੋ ਅੱਜ ਦੇ ਨਵੇਂ ਦਿਨ ਦੇ ਰੂਪ ਦੇ ਵਿੱਚ ਇੱਕ ਨਵੀਂ ਕਿਰਪਾ ਤੁਸੀਂ ਸਾਨੂੰ ਦਿੱਤੀ, ਨਵੇਂ ਸਾਹ ਅਤੇ ਨਵਾਂ ਬਲ ਔਰ ਨਵਾਂ ਮੌਕਾ ਦਿੱਤਾ ਖੁਦਾਵੰਦ, ਤਾਂ ਜੋ ਅਸੀਂ ਪਾਪਾਂ ਦੇ ਰਾਹ ਤੋਂ ਮੁੜੀਏ, ਤੌਬਾ ਕਰੀਏ ਤੇ ਤੁਹਾਡੇ ਰਾਹ ਦੇ ਲਈ ਤਿਆਰ ਕੀਤੇ ਜਾਈਏ। ਅੱਜ ਹਰ ਇੱਕ ਭੈਣ ਭਾਈ ਜੋ ਪਾਪਾਂ ਦੇ ਵਿੱਚ ਆ, ਗਲਤੀਆਂ ਗੁਨਾਹਾਂ ਦੇ ਵਿੱਚ ਆ ਖੁਦਾਵੰਦ, ਹਰ ਇੱਕ ਉਸ ਭੈਣ ਭਾਈ ਨੂੰ ਤੁਹਾਡੇ ਹੱਥਾਂ ਦੇ ਵਿੱਚ ਸੌਂਪਦੇ ਹਾਂ। ਸਿਰ ਤੋਂ ਲੈ ਕੇ ਪੈਰਾਂ ਤੱਕ ਦੇ ਸਾਰੇ ਰੋਗਾਂ ਬਿਮਾਰੀਆਂ ਤੋਂ ਆਜ਼ਾਦ ਕਰਦੇ ਹਾਂ। ਤੁਹਾਡੀ ਸਦਾ ਦੀ ਦਇਆ ਕਿਰਪਾ ਨੂੰ ਮੰਗਦੇ ਹਾਂ ਪਿਤਾ ਪਰਮੇਸ਼ਰ। ਹੁਣ ਤੋਂ ਲੈ ਕੇ ਸਦਾ ਤੱਕ ਉਹਨਾਂ ਨੂੰ ਬਲੈਸ ਕਰੋ ਪ੍ਰਭੂ ਜੀ। ਤੁਹਾਡਾ ਆਤਮਾ ਉਹਨਾਂ ਦੀ ਮਦਦ ਸਹਾਇਤਾ ਅਗਵਾਈ ਕਰੇ ਪਿਤਾ ਪਰਮੇਸ਼ਰ। ਤੁਹਾਡੇ ਦੂਤ ਉਹਨਾਂ ਨੂੰ ਸੰਭਾਲ ਕੇ ਰੱਖਣ ਪਿਤਾ ਪਰਮੇਸ਼ਰ। ਸੱਚਮੁੱਚ ਖੁਦਾਵੰਦ ਅੱਜ ਹਰ ਇੱਕ ਭੈਣ ਭਾਈ ਪਾਪਾਂ ਦੇ ਰਾਹ ਤੋਂ ਮੁੜੇ ਪਿਤਾ ਜੀ ਔਰ ਇਕਰਾਰ ਕਰੇ ਖੁਦਾਵੰਦ ਔਰ ਮੰਨਿਆ ਤੇ ਛੱਡ ਦੇਵੇ ਆਪਣੇ ਸਾਰੇ ਪਾਪਾਂ ਨੂੰ ਪਰਮੇਸ਼ਰ ਪਿਤਾ। ਹਰ ਇੱਕ ਦੁਖੀ ਮਨ ਅੱਜ ਜੋ ਵੀ ਆਪਣੇ ਦੁੱਖ ਚਿੰਤਾ ਪਰੇਸ਼ਾਨੀ 'ਚ ਬੈਠਾ ਆ, ਅੱਜ ਆਪਣੇ ਆਪ ਦੇ ਲਈ ਪ੍ਰਾਰਥਨਾ ਕਰਨੀ ਸ਼ੁਰੂ ਕਰੇ। ਦੁੱਖ ਦੇ ਸਮੇਂ ਦੇ ਵਿੱਚ ਖੁਦਾਵੰਦ ਕੀਤੀ ਹੋਈ ਪ੍ਰਾਰਥਨਾ, ਦਿਲ ਤੋਂ ਨਿਕਲੇ ਹੋਏ ਸ਼ਬਦ ਆ ਜਿਨ੍ਹਾਂ ਦੇ ਲਈ ਉੱਤਰ ਲੈ ਕੇ ਆਉਣ। ਜਿਹੜੇ ਭੈਣ ਭਾਈ ਖੁਸ਼ੀ 'ਚ ਨੇ, ਆਨੰਦ ਵਿੱਚ ਨੇ, ਖੁਦਾਵੰਦ ਉਹ ਭਜਨ ਜ਼ਬੂਰਾਂ ਦੇ ਨਾਲ ਤੁਹਾਡੀ ਮਹਿਮਾ ਵਡਿਆਈ ਕਰਨ। ਜਿਨ੍ਹਾਂ ਘਰਾਂ ਦੇ ਵਿੱਚ ਰੋਗੀ ਅਤੇ ਪਰੇਸ਼ਾਨ ਨੇ, ਜਿਨ੍ਹਾਂ ਦੀ ਕੰਡੀਸ਼ਨ ਕਾਫੀ ਸੀਰੀਅਸ ਹੈ ਜਾਂ ਹਸਪੀਟਲਾਈਜ਼ ਨੇ, ਪਿਤਾ ਪਰਮੇਸ਼ਰ ਉਹਨਾਂ ਸਾਰੇ ਰੋਗੀਆਂ ਦੇ ਲਈ ਦੁਆ ਕਰਦੇ ਹਾਂ। ਤੁਹਾਡੇ ਮਸਾ ਕੀਤੇ ਹੋਏ ਤੇਲ ਨੂੰ ਉਹਨਾਂ ਦੇ ਉੱਤੇ ਛਿੜਕਦੇ ਪਿਤਾ ਪਰਮੇਸ਼ਰ, ਵਿਸ਼ਵਾਸ ਦੇ ਨਾਲ ਪ੍ਰਾਰਥਨਾ ਕਰਦੇ ਖੁਦਾਵੰਦ, ਕਿਉਂਕਿ ਤੁਸੀਂ ਵਚਨ ਦੇ ਵਿੱਚ ਕਿਹਾ ਕਿ ਵਿਸ਼ਵਾਸ ਦੀ ਪ੍ਰਾਰਥਨਾ ਰੋਗੀਆਂ ਨੂੰ ਬਚਾਏਗੀ। ਜਿੰਨੇ ਵੀ ਭੈਣ ਭਾਈ ਹਸਪੀਟਲਸ ਦੇ ਵਿੱਚ ਨੇ ਪਿਤਾ ਪਰਮੇਸ਼ਰ, ਉਸ ਹਰ ਇੱਕ ਨੂੰ ਤੁਹਾਡੇ ਮਸਾ ਕੀਤੇ ਹੋਏ ਲਹੂ ਨਾਲ ਬਲੈਸ ਕਰਦੇ ਪਿਤਾ। ਆਪਣੇ ਲਹੂ ਦੀਆਂ ਵਾੜਾਂ ਉਹਨਾਂ ਦੇ ਚਾਰ ਚੁਫੇਰੇ ਲਗਾਓ ਪਿਤਾ ਪਰਮੇਸ਼ਰ।
ਆਪਣੀ ਸਦਾ ਦੀ ਦਇਆ ਕਿਰਪਾ ਆਸ਼ੀਸ਼ ਨੂੰ ਉਹਨਾਂ ਨੂੰ ਦਿਓ ਪਿਤਾ ਜੀ। ਤੁਹਾਡਾ ਦਇਆ ਵਾਲਾ ਹੱਥ ਉਹਨਾਂ ਨੂੰ ਬਹੁਤਾਇਤ ਦੇ ਨਾਲ ਮੱਸਾ ਕਰੇ ਪਿਤਾ ਪਰਮੇਸ਼ਰ। ਸੱਚਮੁੱਚ ਵਿਸ਼ਵਾਸ ਦੀ ਪ੍ਰਾਰਥਨਾ ਅੱਜ ਇਹਨਾਂ ਰੋਗੀਆਂ ਨੂੰ ਉਠਾਵੇ ਖੁਦਾਵੰਦ। ਇਹਨਾਂ ਦੇ ਮਨਾਂ ਦੇ ਵਿੱਚ ਗਹਿਰਾ ਵਿਸ਼ਵਾਸ ਉਭਰੇ ਪਿਤਾ ਜੀ, ਔਰ ਸੱਚਮੁੱਚ ਅੱਜ ਹਰ ਇੱਕ ਇਨਸਾਨ ਉੱਠੇ ਪਿਤਾ। ਅੱਜ ਸਾਰੇ ਰੋਗੀ ਆਪਣੇ ਰੋਗਾਂ ਤੋਂ ਆਜ਼ਾਦ ਕੀਤੇ ਜਾਣ ਪ੍ਰਭੂ ਜੀ। ਅੱਜ ਤੁਸੀਂ ਇਹਨਾਂ ਦਾ ਸੱਜਾ ਹੱਥ ਫੜ ਕੇ ਇਹਨਾਂ ਨੂੰ ਉਠਾਓ ਪਿਤਾ ਪਰਮੇਸ਼ਰ। ਅੱਜ ਇਹਨਾਂ ਦੇ ਪਾਪਾਂ ਗਲਤੀਆਂ ਗੁਨਾਹਾਂ ਤੋਂ ਇਹਨਾਂ ਨੂੰ ਮਾਫ ਕਰੋ ਪ੍ਰਭੂ ਜੀ। ਅੱਜ ਕੋਈ ਪਾਪ ਅਪਰਾਧ ਇਹਨਾਂ ਦੇ ਵਿੱਚ ਕਾਇਮ ਨਾ ਰਹੇ ਪਿਤਾ। ਅੱਜ ਹਰੇਕ ਵਿਰੋਧੀ ਦੀ ਸ਼ਕਤੀ ਨਾਸ਼ ਹੋ ਜਾਵੇ। ਸਾਰਾ ਕੀਤਾ ਕਰਾਇਆ ਖਾਦਾ ਖਲਾਇਆ ਜਾਦੂ ਟੋਣਾ ਯਿਸੂ ਨਾਮ ਦੇ ਵਿੱਚ ਕੈਂਸਲ ਔਰ ਦਫਾ ਦੂਰ ਹੋ ਜਾਵੇ ਖੁਦਾਵੰਦ। ਦੁਆ ਕਰਦੇ ਪਿਤਾ ਪਰਮੇਸ਼ਰ ਉਸ ਹਰ ਇੱਕ ਭੈਣ ਭਾਈ ਦੇ ਲਈ ਪਿਤਾ ਜੀ, ਜੋ ਇਸ ਸਮੇਂ ਆਪਣੇ ਦਿਲ ਨੂੰ ਤੁਹਾਡੀ ਹਜ਼ੂਰੀ 'ਚ ਖੋਲ ਰਿਹਾ ਪਿਤਾ, ਆਪਣੇ ਪਾਪਾਂ ਨੂੰ ਤੁਹਾਡੇ ਅੱਗੇ ਕਬੂਲ ਕਰ ਰਿਹਾ ਪ੍ਰਭੂ ਜੀ, ਜੋ ਆਪਣੀ ਜ਼ਿੰਦਗੀ ਨੂੰ ਤੁਹਾਡੇ ਹੱਥਾਂ ਦੇ ਵਿੱਚ ਸੌਂਪ ਰਿਹਾ ਪਿਤਾ ਪਰਮੇਸ਼ਰ। ਅੱਜ ਹਰ ਇੱਕ ਨੂੰ ਆਪਣੇ ਹੱਥਾਂ ਦੇ ਵਿੱਚ ਲੈ ਲਓ ਪਿਤਾ ਪਰਮੇਸ਼ਰ। ਅੱਜ ਹਰ ਇੱਕ ਧਰਮੀ ਮਨੁੱਖ ਦੀ ਆਵਾਜ਼ ਨੂੰ ਸੁਣੋ ਪਿਤਾ। ਅੱਜ ਹਰ ਇੱਕ ਪਾਪੀ ਨੂੰ ਉਹਦੇ ਪਾਪ ਤੋਂ ਸ਼ੁੱਧ ਕਰੋ ਪ੍ਰਭੂ ਜੀ। ਜਿੱਦਾਂ ਤੁਸੀਂ ਏਲੀਆ ਦੇ ਵਿਸ਼ਵਾਸ ਨੂੰ ਦੇਖਿਆ ਤੇ ਉਹਦੀ ਪ੍ਰਾਰਥਨਾ ਦਾ ਉੱਤਰ ਦਿੱਤਾ, ਅੱਜ ਇਸ ਹਰ ਇੱਕ ਭੈਣ ਭਾਈ ਦੇ ਵਿਸ਼ਵਾਸ ਨੂੰ ਦੇਖੋ ਪਿਤਾ ਪਰਮੇਸ਼ਰ। ਅੱਜ ਹਰ ਇੱਕ ਦੀ ਵਿਸ਼ਵਾਸ ਦੀ ਪ੍ਰਾਰਥਨਾ ਬਹੁਤਾਇਤ ਦੇ ਨਾਲ ਉੱਤਰ ਲੈ ਕੇ ਆਵੇ। ਕੋਈ ਵਿਰੋਧੀ ਦੀ ਸ਼ਕਤੀ ਇਹਨਾਂ ਦਾ ਪ੍ਰਤੀਫਲ ਇਹਨਾਂ ਕੋਲੋਂ ਚੁਰਾ ਨਾ ਸਕੇ ਪਿਤਾ ਪਰਮੇਸ਼ਰ। ਇਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਹੁਣ ਤੋਂ ਲੈ ਕੇ ਸਦਾ ਤੱਕ ਤੁਹਾਡੀ ਪਵਿੱਤਰ ਮਰਜ਼ੀ ਅਤੇ ਤੁਹਾਡਾ ਕਬਜ਼ਾ ਵਾਸ ਹੋਵੇ। ਆਪਣੇ ਜ਼ਿੰਦਾ ਲਹੂ ਦੇ ਵਸੀਲੇ ਤੁਸੀਂ ਇਹਨਾਂ ਨੂੰ ਸ਼ੁੱਧ ਕਰੋ ਪਿਤਾ ਪਰਮੇਸ਼ਰ। ਸਾਰੇ ਭੁੱਲੇ ਅਤੇ ਭਟਕਿਆ ਹੋਇਆਂ ਨੂੰ ਪਵਿੱਤਰ ਰਾਹਾਂ ਦੇ ਵੱਲ ਮੋੜ ਲਿਆਓ ਪਿਤਾ ਪਰਮੇਸ਼ਰ। ਸਾਰੇ ਬੁਰੇ ਰਾਹਾਂ ਤੋਂ ਇਹਨਾਂ ਨੂੰ ਮੋੜੋ ਪ੍ਰਭੂ ਜੀ, ਤੇ ਸਦਾ ਦੇ ਜੀਵਨ ਦੇ ਵੱਲ ਇਹਨਾਂ ਨੂੰ ਲੈ ਚਲੋ ਪਿਤਾ। ਸਦਾ ਦੀ ਮੌਤ ਦਾ ਇਹਨਾਂ ਦੇ ਉੱਤੇ ਕੋਈ ਅਧਿਕਾਰ ਨਾ ਹੋਵੇ ਪ੍ਰਭੂ ਜੀ, ਪਰ ਸਦਾ ਦਾ ਜੀਵਨ ਇਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਬਹੁਤਾਇਤ ਨਾਲ ਉਤਰੇ ਪਿਤਾ ਪਰਮੇਸ਼ਰ। ਸੱਚਮੁੱਚ ਇਹਨਾਂ ਨੂੰ ਇਹਨਾਂ ਦੇ ਪਾਪਾਂ ਤੋਂ ਆਜ਼ਾਦ ਕਰੋ, ਦਇਆ ਕਰੋ, ਪਵਿੱਤਰ ਕਰੋ, ਸ਼ੁੱਧ ਕਰੋ ਮਹਾਨ ਪਿਤਾ ਪਰਮੇਸ਼ਰ। ਹਰ ਇੱਕ ਭੈਣ ਭਾਈ ਨੂੰ ਤੁਹਾਡੇ ਹੱਥਾਂ ਦੇ ਵਿੱਚ ਸੌਂਪਦੇ ਹਾਂ। ਇਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਤੁਹਾਡੀ ਸਦਾ ਦੀ ਦਇਆ ਕਿਰਪਾ ਆਸ਼ੀਸ਼ ਬਰਕਤ ਨੂੰ ਮੰਗਦੇ ਪਿਤਾ। ਸਾਰੇ ਗਲਤੀਆਂ ਗੁਨਾਹਾਂ ਪਾਪਾਂ ਅਪਰਾਧਾਂ ਤੋਂ ਤੌਬਾ ਕਰਦੇ ਹੋ ਪ੍ਰਭੂ ਜੀ। ਤੁਹਾਡੀ ਆਸ਼ੀਸ਼ ਮਹਿਮਾ ਵਡਿਆਈ ਬਰਕਤ ਨੂੰ ਸਵਰਗ ਰਾਜ ਦੇ ਵਿੱਚੋਂ ਰਿਲੀਜ਼ ਕਰਦੇ ਹੋ ਪਰਮੇਸ਼ਰ ਪਿਤਾ। ਇਸ ਪ੍ਰਾਰਥਨਾ ਨੂੰ ਤੁਹਾਡੇ ਸਾਮਰਥੀ ਨਾਮ ਦੇ ਵਿੱਚ ਸਾਰੇ ਹੀ ਮਿਲ ਕੇ ਮੰਗਦੇ ਹਾਂ। ਆਮੀਨ, ਆਮੀਨ, ਆਮੀਨ।